ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ। ਭਾਈ ਗੋਂਦਾ ਗੁਰ ਭਗਤ ਗੁਰਮੂਰਤ ਕੋ ਧਿਆਨ। ਦਰਸੈ ਦਰਸ਼ਨ ਹਿਰਦੇ ਮੈਂ ਸਦਾ ਨੇਮ ਇਮ ਜਾਨ। ਭਾਈ ਗੋਂਦਾ ਗੁਰ ਭਗਤ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗਰੀਬ ਨਵਾਜ ਸੱਚੇ ਪਾਤਸ਼ਾਹ ਦੀਨ ਦੁਨੀਆ ਦੇ ਮਾਲਕ, ਚਵਰ ਛਤਰ ਤਖਤ ਦੇ ਮਾਲਕ, ਹਾਜ਼ਰਾ ਹਜੂਰ ਜਹਰਾ ਜਹੂਰ ਸਰਬ ਕਲਾ ਭਰਪੂਰ, ਸੁੱਖਾਂ ਦੇ ਸਾਗਰ ਵਾਹਿਗੁਰੂ ਅਕਾਲ ਪੁਰਖ ਜੀ ਦੇ ਸਰਗੁਣ ਸਵਰੂਪ, ਧੰਨ ਧੰਨ ਸੱਚੇ ਪਾਤਸ਼ਾਹ ਗਰੀਬ ਨਵਾਜ ਸਤਿਗੁਰੂ ਜੀ। ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਬੜੇ ਪਿਆਰ ਨਾਲ ਦੋਵੇਂ ਹੱਥ ਜੋੜ ਕੇ ਸਾਰੀ ਸੰਗਤ ਉਚਾਰਨ ਕਰੋ ਜੀ। ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਸਤਿਗੁਰਾਂ ਦੀ ਪਵਿੱਤਰ ਪਾਵਨ ਹਾਜ਼ਰੀ ਵਿੱਚ ਸੁਭਾਏਮਾਨ ਸੰਗਤ ਜੀਓ, ਆਪ ਜੀ ਭਾਗਾਂ ਵਾਲੇ ਹੋ ਜੋ ਹਰਿਮੰਦਰ ਸਾਹਿਬ ਜੀ ਦੀਆਂ ਹਾਜ਼ਰੀਆਂ ਭਰਨ ਦਾ ਸੁਭਾਗ ਭਰਿਆ ਸਮਾਂ ਸਾਨੂੰ ਤੁਹਾਨੂੰ ਸਾਰਿਆਂ ਨੂੰ ਪ੍ਰਾਪਤ ਹੋਇਆ ਹੈ। ਲੜੀਵਾਰ ਗੁਰ ਇਤਿਹਾਸ ਦੀ ਕਥਾ ਹਰ ਰੋਜ਼ ਗੁਰਦੁਆਰਾ ਮੰਜੀ ਸਾਹਿਬ ਦੀਵਾਨ ਹਾਲ ਤੋਂ ਆਪ ਸਭ ਸੰਗਤਾਂ ਪਿਆਰ ਨਾਲ ਸਰਵਣ ਕਰਦੇ ਹੋ। ਗੁਰਮੁਖੋ, ਜਿਹੜਾ ਕੱਲ੍ਹ ਦਾ ਪ੍ਰਸੰਗ ਸੀ, ਇੱਕ ਪਖੰਡੀ ਦਾ ਜਿਹਨੇ ਪੈਸੇ ਲੈ ਲੈ ਕੇ ਦੁਨੀਆ ਨੂੰ ਠੱਗ ਕੇ ਆਪਣੇ ਮਗਰ ਲਾਇਆ, ਮਾਇਆ ਵਿੱਚ ਧਿਆਨ ਰਿਹਾ, ਸੱਪ ਦੀ ਜੂਨੇ ਪਿਆ। ਮਹਾਰਾਜ ਜੀ ਦੀ ਬਾਣੀ ਵਿੱਚ ਬਿਲਕੁਲ ਫੈਸਲਾ ਕੀਤਾ ਗੁਰੂ ਜੀ ਨੇ, ਮਰਦੇ ਸਮੇਂ ਜਿਸ ਬੰਦੇ ਦਾ ਧਿਆਨ ਪੈਸੇ ਵਿੱਚ ਚਲੇ ਜਾਵੇ ਉਹ ਬੰਦਾ ਸੱਪ ਦੀ ਜੂਨੇ ਪੈਂਦਾ ਹੈ। ਇੱਧਰੋਂ ਮੌਤ ਹੋ ਰਹੀ ਹੈ, ਉੱਧਰੋਂ ਪੈਸੇ ਵੱਲ ਧਿਆਨ ਚਲੇ ਗਿਆ। ਅੰਤ ਕਾਲ ਜੋ ਲਛਮੀ ਸਿਮਰੈ ਐਸੀ ਚਿੰਤਾ ਮਹਿ ਜੇ ਮਰੈ। ਨਾਲ ਕਿਹਾ ਵੀ ਸਰਪ ਜੋਨ ਵੱਲ ਵੱਲ ਔਤਰੈ। ਅਗਲਾ ਜਨਮ ਗੁਰੂ ਜੀ ਦੀ ਬਾਣੀ ਦੇ ਮੁਤਾਬਕ ਸੱਪ ਦਾ ਬਣਦਾ ਹੈ ਉਹਦਾ। ਗੁਰਮੁਖੋ, ਇਸੇ ਤਰ੍ਹਾਂ ਹੁਣ ਮਹਾਰਾਜ ਗੁਰੂ ਹਰਿਰਾਏ ਸਾਹਿਬ ਦੀਨ ਦੁਨੀਆ ਨੂੰ ਤਾਰ ਰਹੇ ਹਨ, ਜੰਗਲ ਵਿੱਚ ਗਏ ਆ। ਸਤਿਗੁਰਾਂ ਦੇ ਘੋੜੇ ਦੇ ਅੱਗੇ ਇੱਕ ਸੱਪ ਆ ਕੇ ਵਿਲਕਣ ਲੱਗਾ ਜਿਹਨੂੰ ਕੀੜੇ ਪਏ ਹੋਏ ਸਨ। ਮਹਾਰਾਜ ਨੇ ਅਰਧ ਚੰਦਰਮੁਖੀ ਤੀਰ ਚਲਾਇਆ, ਸੱਪ ਦੀ ਸਿਰੀ ਵੱਢ ਦਿੱਤੀ ਸਤਿਗੁਰਾਂ ਨੇ, ਸੱਪ ਮਰ ਗਿਆ। ਗੁਰਸਿੱਖਾਂ ਨੇ ਮਹਾਰਾਜ ਨੂੰ ਪੁੱਛਿਆ, ਮਹਾਰਾਜ ਆਪ ਤਾਂ ਬੜੇ ਹੀ ਕੋਮਲ ਦਿਲ ਦੇ ਮਾਲਕ ਹੋ, ਮਹਾਰਾਜ ਇਹ ਕੀ ਖੇਡ ਆਪ ਜੀ ਦੀ? ਮਹਾਰਾਜ ਕਹਿਣ ਲੱਗੇ, ਭਾਈ ਇਹ ਸਾਧ ਬਣਿਆ ਸੀ ਪਿਛਲੇ ਜਨਮ 'ਚ, ਪਰ ਵਿਖਾਵਾ ਕਰਦਾ ਸੀ, ਨਕਲੀ ਸੀ, ਅਸਲੀ ਨਹੀਂ ਸੀ। ਚੇਤਾ ਰੱਖਿਓ, ਚਲੋ ਆਪਾਂ ਇੱਕ ਸ਼ਬਦ ਵਰਤਦੇ ਹਾਂ, ਪਖੰਡੀ ਸਾਧ। ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਪਖੰਡੀ ਸਾਧ ਸ਼ਬਦ ਨਹੀਂ ਚ ਆਇਆ ਕਿਤੇ ਵੀ। ਸਾਧ ਆਇਆ, ਹਾਂ, ਕੱਚਾ ਗੁਰੂ ਜ਼ਰੂਰ ਆਇਆ ਸ਼ਬਦ। ਸਾਧ ਜਿਹੜਾ ਹੈ ਉਹ ਕਦੀ ਪਖੰਡੀ ਨਹੀਂ ਹੁੰਦਾ। ਸਾਧ ਤਾਂ ਸਾਧ ਹੁੰਦਾ ਜਿਹਨੇ ਆਪਣੇ ਜੀਵਨ ਨੂੰ ਸਾਧਿਆ। ਹਾਂ, ਕੋਈ ਸਾਧ ਦੇ ਬਾਣੇ 'ਚ ਪਖੰਡ ਕਰਦਾ, ਉਹਨੂੰ ਕੱਲਾ ਪਖੰਡੀ ਕਹਿਣਾ ਚਾਹੀਦਾ। ਸਾਧ ਸੰਗਤ ਜੀ, ਵੀ ਇਹ ਪਖੰਡ ਕਰਨ ਵਾਲਾ ਪਖੰਡੀ ਹੈ। ਮਹਾਰਾਜ ਨੇ ਕਿਹਾ ਇਹਨੇ ਚੇਲੇ ਬੜੇ ਬਣਾਏ ਪਰ ਕਲਿਆਣ ਨਹੀਂ ਸੀ ਕਰ ਸਕਦਾ, ਕਿਸੇ ਦੀ ਕਲਿਆਣ ਕਰਨ ਜੋਗਾ ਨਹੀਂ ਸੀਗੇ।
ਹੁਣ ਆਪ ਤੇ ਮਰ ਗਿਆ, ਸੱਪ ਦੀ ਜੂਨੇ ਪਿਆ, ਇਹਦੇ ਚੇਲੇ ਇਹਦਾ ਮਾਸ ਵੱਢ ਵੱਢ ਕੇ ਖਾ ਰਹੇ ਆ, ਹਿਸਾਬ ਕਿਤਾਬ ਬਰਾਬਰ ਕਰ ਰਹੇ ਆ। ਵੇਖੋ, ਆਪ ਉਹ ਸੱਪ ਬਣਿਆ ਤੇ ਚੇਲੇ ਉਹਦੇ ਕੀੜੇ ਬਣੇ। ਤੇ ਮੇਰੇ ਸਤਿਗੁਰੂ ਜੀ ਬਾਣੀ 'ਚ ਕਿਰਪਾ ਕਰਦੇ ਨੇ, ਕਾਚੇ ਗੁਰ ਤੇ ਮੁਕਤ ਨਾ ਹੁਆ। ਭਾਈ ਜੇ ਕੋਈ ਕੱਚਾ ਗੁਰੂ ਬਣਾ ਲਵੇ, ਉਹਦੀ ਫਿਰ ਮੁਕਤੀ ਨਹੀਂ ਹੁੰਦੀ। ਉਹ ਆਪ ਵੀ ਗੁਰੂ ਉਹਦਾ ਦਾ ਅੰਧਲਾ, ਗੁਰੂ ਜਿਨ੍ਹਾਂ ਕਾ ਅੰਧਲਾ, ਸਿੱਖ ਵੀ ਅੰਧੇ ਕਰਮ ਕਰੇਨ। ਤੇ ਚੇਲੇ ਵੀ ਅੰਨੇ ਹੀ ਕੰਮ ਕਰਦੇ ਆ। ਜਿਹੇ ਪਾਛੇ ਪੰਡਤ ਗਈ, ਪਾਛੇ ਗਈ ਵਹੀਰ। ਜਿਹੇ ਪਾਛੇ ਪੰਡਤ ਗਏ, ਪਾਛੇ ਗਈ ਵਹੀਰ। ਵਹੀਰ ਵੀ ਫਿਰ ਪਿੱਛੇ ਉਹ ਕੰਮ ਕਰਦੀ ਹੈ। ਗੁਰਸਿੱਖਾਂ ਨੇ ਇਹ ਗੱਲ ਸੁਣੀ, ਸਾਰੇ ਹੈਰਾਨ ਹੋ ਗਏ। ਗੁਰਮੁਖੋ, ਸ਼ੁਕਰ ਹੀ ਕਰਿਆ ਕਰੀਏ ਸੱਚੇ ਪਾਤਸ਼ਾਹ ਮਹਾਰਾਜ ਜੀ ਦਾ, ਅਸੀਂ ਕਿਸੇ ਕੱਚੇ ਪਿੱਲੇ ਦੇ ਚੇਲੇ ਨਹੀਂ ਹੈਗੇ। ਸਾਡਾ ਗੁਰੂ ਕੌਣ ਹੈ? ਗੁਰਪੂਰਾ, ਮੇਰਾ ਗੁਰਪੂਰਾ, ਗੁਰਪੂਰਾ, ਮੇਰਾ ਗੁਰਪੂਰਾ। ਸਾਡਾ ਗੁਰੂ ਪੂਰਾ ਹੈ। ਸਤਿਗੁਰੂ ਸਾਡੇ ਪੂਰੇ ਨੇ। ਮੇਰਾ ਗੁਰ ਪੂਰਾ ਪਰਮੇਸ਼ਰ। ਮਨ ਕਿਉਂ ਬੈਰਾਗ ਕਰੇਗਾ, ਸਤਿਗੁਰ ਮੇਰਾ ਪੂਰਾ। ਪੂਰੇ ਗੁਰ ਕਾ ਸੁਨ ਉਪਦੇਸ਼। ਸਾਡੇ ਸਤਿਗੁਰੂ ਪੂਰਨ ਨੇ। ਤੇ ਗੁਰਮੁਖੋ, ਪੂਰਨ ਸਤਿਗੁਰਾਂ ਦੇ ਚਰਨਾਂ ਵਿੱਚ ਆ ਕੇ ਜੀਵ ਦਾ ਸਾਡਾ ਭਲਾ ਹੋ ਜਾਂਦਾ। ਪਰ ਪੂਰਨ ਗੁਰਾਂ ਦਾ ਉਪਦੇਸ਼ ਕੀ ਹੈ? ਸਾਡੇ ਸਤਿਗੁਰਾਂ ਦਾ ਉਪਦੇਸ਼ ਹੈ ਨਾਮ ਸਿਮਰਨ। ਇਹ ਵੱਡਾ ਉਪਦੇਸ਼ ਹੈ। ਇਹ ਕੰਮ ਹੋ ਨਹੀਂ ਰਿਹਾ, ਬਾਕੀ ਸਾਰੇ ਕੰਮ ਹੋ ਰਹੇ ਆ। ਸਿਮਰਨ ਵਾਲਾ ਕਾਰਜ ਉਹ ਥੋੜੀ ਸਾਡੇ ਤੋਂ ਹੋ ਰਿਹਾ। ਵਿਰਲੇ ਵਿਰਲੇ ਗੁਰਮੁਖ ਨੇ ਜਿਹੜੇ ਸਿਮਰਨ ਦਾ ਕਾਰਜ ਪੂਰਾ ਕਰ ਰਹੇ ਆ, ਨਾਮ ਵੀ ਜਪ ਰਹੇ ਆ। ਪਰ ਪੂਰੇ ਸਤਿਗੁਰੂ ਨੇ ਸਾਡੇ, ਅਸੀਂ ਗੁਰਾਂ ਦੇ ਨਾਮ ਤਰੀਕ ਸਿੱਖਾਂ। ਤੇ ਘਬਰਾਇਓ ਨਾ, ਫਿਕਰ ਨਾ ਕਰਿਓ। ਗੁਰੂ ਸਾਹਿਬ ਨਾਮ ਤਰੀਕਾਂ ਦੀ ਵੀ ਲਾਜ ਰੱਖਦੇ ਆ। ਹਰ ਜੀਓ ਨਾਮ ਭਰਿਓ ਰਾਮਦਾਸ। ਹੇ ਮਹਾਰਾਜ, ਸਾਡਾ ਨਾਮ ਪੈ ਗਿਆ ਵੀ ਅਸੀਂ ਤੁਹਾਡੇ ਦਾਸ ਹਾਂ, ਹੁਣ ਸਾਡੀ ਪੈਜ ਜ਼ਰੂਰ ਰੱਖਿਓ। ਪਰ ਇੱਕ ਮੈਂ ਬੇਨਤੀ ਕਰਾਂ, ਚਲੋ ਲੜੀਵਾਰ ਕਥਾ ਆਰੰਭ ਕਰਨੀ ਹੈ। ਸਿੱਖ ਸਿੱਖ ਹੀ ਬਣਿਆ ਰਵੇ। ਸਿੱਖ ਕਦੇ ਗੁਰੂ ਬਣ ਕੇ ਚੇਲੇ ਨਾ ਬਣਾਉਂਦਾ ਫਿਰੇ ਆਪਣੇ, ਕਿਉਂਕਿ ਫਿਰ ਫਸ ਜਾਂਦਾ ਬੰਦਾ। ਚਾਲੇ ਥੇ ਹਰ ਮਿਲਨ ਕੇ, ਬੀਚੇ ਅਟਕਿਓ ਚੀਤ। ਚਾਲਾ ਤਾਂ ਸੀ, ਕੰਮਕਾਰ ਤਾਂ ਸੀ ਰੱਬ ਨੂੰ ਮਿਲਣ ਵਾਲਾ, ਪਰ ਕਬੀਰ ਸਿੱਖ ਸਾਖਾ ਬਹੁਤੇ ਕੀਏ, ਕੇਸੋ ਕੀਓ ਨਾ ਮੀਤ। ਜਦੋਂ ਚੇਲੇ ਬਣਾ ਲੈਂਦਾ, ਸੱਚੀ ਗੱਲ ਹੈ, ਜਿਹਦੇ ਜਿੰਨੇ ਜ਼ਿਆਦਾ ਚੇਲੇ ਹੁੰਦੇ ਆ, ਉਹਦਾ ਧਿਆਨ ਓਨਾ ਹੀ ਚੇਲਿਆਂ ਵਿੱਚ ਫਸਿਆ ਹੁੰਦਾ ਹੈ, ਤੇ ਰੱਬ ਦੇ ਵਿੱਚ ਫਿਰ ਧਿਆਨ ਨਹੀਂ ਰਹਿੰਦਾ, ਪਰਮੇਸ਼ਰ 'ਚ ਧਿਆਨ ਨਹੀਂ ਰਹਿੰਦਾ। ਉਹ ਵੇਖਿਆ ਨਾ, ਚੇਲੇ ਕੀੜੇ ਬਣ ਕੇ ਫਿਰ ਸੱਪ ਨੂੰ ਪਏ ਸਨ। ਅਸੀਂ ਤਾਂ, ਮਹਾਰਾਜ ਨੇ ਸਾਨੂੰ ਆਪ, ਜਿੰਨੇ ਆਪਾਂ ਸਿੱਖ ਹਾਂ, ਸਿੱਖ ਦਾ ਅਰਥ ਚੇਲਾ ਹੀ ਹੁੰਦਾ ਹੈ। ਅਸੀਂ ਆਪ ਚੇਲੇ ਹਾਂ, ਪਰ ਅਸੀਂ ਜਿਨ੍ਹਾਂ ਦੇ ਚੇਲੇ ਆ, ਸਾਡਾ ਗੁਰੂ ਪੂਰਾ ਹੈ। ਮੇਰਾ ਗੁਰ ਪਰਮੇਸ਼ਰ ਸੁਖਦਾਈ। ਮਹਾਰਾਜ ਸਾਡੇ ਸਤਿਗੁਰੂ ਜੀ ਪੂਰਨ ਹਨ ਤੇ ਸੁਖਦਾਈ ਹਨ। ਗੁਰਮੁਖੋ,
ਆਓ ਹੁਣ ਸਤਿਗੁਰੂ ਜੀ ਦਾ ਅੱਗੋਂ ਆਪਾਂ ਪ੍ਰਸੰਗ ਸਰਵਣ ਕਰੀਏ। ਕੱਲ ਉਸ ਬੰਦੇ ਦਾ ਜੀਵਨ ਸੁਣਿਆ ਜਿਨੇ ਕਮਾਈ ਨਹੀਂ ਸੀ ਕੀਤੀ, ਨਾਮ ਮਾਤਰ ਜੀਵਨ ਸੀ। ਅੱਜ ਉਸ ਗੁਰਸਿੱਖ ਦਾ ਜੀਵਨ ਸੁਣਾਂਗੇ ਜਿਹੜਾ ਬਹੁਤ ਵੱਡੀ ਕਰਨੀ ਕਮਾਈ ਵਾਲਾ ਹੈ। ਆਓ ਗੁਰਮਖੋ ਪਿਆਰ ਨਾਲ ਸਤਿਗੁਰਾਂ ਦੀ ਕਥਾ ਸੁਣੀਏ। ਪਿਆਰ ਨਾਲ ਗੱਜ ਕੇ ਆਖੋ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ। ਭਾਈ ਗੋਂਦਾ ਗੁਰ ਭਗਤ ਗੁਰ ਮੂਰਤ ਕੋ ਧਿਆਨ। ਸਾਧ ਸੰਗਤ ਜੀ, ਗੁਰੂ ਸਾਹਿਬ ਜੀ ਦੀ ਬਖਸ਼ਿਸ਼, ਮਹਾਨ ਗੁਰੂ ਕਾ ਸਿੱਖ, ਜਿਸ ਗੁਰੂ ਕੇ ਸਿੱਖ ਦਾ ਨਾਮ ਆ ਭਾਈ ਗੋਂਦਾ ਜੀ। ਭਾਈ ਗੋਂਦਾ ਜੀ ਸਤਿਗੁਰੂ ਜੀ ਦੇ ਭਗਤ ਨੇ, ਸਿੱਖ ਵੀ ਹੋਣ ਨੇ, ਭਗਤ ਵੀ ਨੇ ਮਹਾਰਾਜ ਦੇ। ਭੈ ਵਾ, ਗਿਆਨ ਆ, ਤਿਆਗ ਆ ਉਹਨਾਂ ਦੇ ਜੀਵਨ ਵਿੱਚ। ਤੇ ਸਤਿਗੁਰੂ ਗੁਰੂ ਹਰਿ ਸਾਹਿਬ ਜੀ ਦੀ ਮੂਰਤ ਵਿੱਚ ਉਹਨਾਂ ਦਾ ਧਿਆਨ ਲੱਗਾ ਹੋਇਆ ਜੀ। ਗੁਰ ਕੀ ਮੂਰਤ ਮਨ ਮਹਿ ਧਿਆਨ। ਮਹਾਰਾਜ ਸਤਿਗੁਰਾਂ ਦੀ ਮੂਰਤ ਵਿੱਚ ਉਹਨਾਂ ਮਨ ਟਿਕਾਇਆ ਹੈ। ਦਰਸੈ ਦਰਸ਼ਨ ਹਿਰਦੇ ਮਹਿ ਸਦਾ ਨੇਮ ਇਮ ਜਾਨ। ਰੋਜ਼ ਅੰਮ੍ਰਿਤ ਵੇਲੇ ਮਹਾਰਾਜ ਜੀ ਦੇ ਸੁਰਤ ਰਾਹੀਂ ਦਰਸ਼ਨ ਕਰਦੇ ਆ। ਇਹ ਉਹਨਾਂ ਦਾ ਨੇਮ ਹੈ ਗੁਰਮੁਖੋ, ਇਹ ਸਦਾ ਦਾ ਨੇਮ। ਹੁਣ ਆਪਾਂ ਰੋਜ਼ ਮਹਾਰਾਜ ਦਾ ਸੁਰਤ ਵਿੱਚ ਧਿਆਨ ਧਾਰ ਕੇ ਮੱਥਾ ਟੇਕਦੇ ਆ। ਮੈਨੂੰ ਇੱਕ ਗੁਰਮੁਖ ਪਿਆਰੇ ਨੇ ਕਿਹਾ, ਕਹਿੰਦਾ ਗਿਆਨੀ ਜੀ ਮੈਂ ਰੋਜ਼ ਯਾਤਰਾ ਕਰਦਾ, ਹਜ਼ੂਰ ਸਾਹਿਬ ਦੀ, ਹਰਮੰਦਰ ਸਾਹਿਬ ਦੀ, ਖਡੂਰ ਸਾਹਿਬ ਦੀ, ਗੋਇੰਦਵਾਲ ਸਾਹਿਬ ਦੀ, ਸੁਲਤਾਨਪੁਰ ਲੋਧੀ ਦੀ, ਆਨੰਦਪੁਰ ਸਾਹਿਬ ਦੀ। ਮੈਂ ਕਿਹਾ ਰੋਜ਼ ਇੰਨੀ ਯਾਤਰਾ? ਕਹਿੰਦਾ ਹਾਂ। ਰੋਜ਼ ਅੰਮ੍ਰਿਤ ਵੇਲੇ ਉੱਠ ਕੇ ਕਹਿੰਦਾ ਮੈਂ ਸੁਰਤ ਕਰਕੇ ਹਜ਼ੂਰ ਸਾਹਿਬ ਮੱਥਾ ਟੇਕਦਾ, ਸੁਰਤ ਕਰਕੇ ਆਨੰਦਪੁਰ ਸਾਹਿਬ ਨਮਸਕਾਰ ਕਰਦਾ, ਸੁਰਤ ਕਰਕੇ ਖਡੂਰ ਸਾਹਿਬ। ਸੁਰਤਾ ਨਾ, ਇਸ ਕਾਰਜ ਵਿੱਚ ਆਨੰਦ ਬੜਾ, ਪਰ ਗੁਰਮੁਖੋ ਸਾਡੇ ਕੋ ਹੁੰਦਾ ਨਹੀਂ। ਪਤਾ ਕਿਉਂ? ਇਹ ਕਾਰਜ ਜਿਹੜਾ ਇਹ ਇਕਾਗਰਤਾ ਬੜੀ ਮੰਗਦਾ। ਉਹ ਕਹਿੰਦੇ ਭਾਈ ਸੰਤੋਖ ਸਿੰਘ ਕਹਿੰਦੇ ਦਰਸ ਹੈ ਦਰਸ਼ਨ ਹਿਰਦੇ ਮਹਿ। ਨੇਤਰ ਬੰਦ ਕਰਕੇ ਧਿਆਨ ਧਾਰ ਕੇ ਰੋਜ਼ ਗੁਰੂ ਹਰਿ ਸਾਹਿਬ ਦੇ ਦਰਸ਼ਨ ਕਰਦੇ ਆ। ਬਿਨ ਨਾਗਾ ਭਾਈ ਗੋਂਦਾ ਜੀ ਇਹ ਕਿਰਤ ਕਰਦੇ ਹਨ, ਇਹ ਕਾਰਜ ਕਰਦੇ ਹਨ। ਚਾਉ ਪਾਈ ਸ੍ਰੀ ਸਤਿਗੁਰ ਪੂਰਨ ਹਰਿ ਰਾਏ। ਧੰਨ ਧੰਨ ਸਤਿਗੁਰੂ ਗੁਰੂ ਹਰਿ ਸਾਹਿਬ ਜੀ ਮਹਾਰਾਜ, ਸਤਿਗੁਰੂ ਪੂਰਨ ਹਨ। ਕਿਤਕ ਸਮੋ ਢਿਗ ਸੇਵਕ ਮਾਏ। ਭਾਈ ਗੋਂਦਾ ਜੀ ਮਹਾਰਾਜ ਦੇ ਚਰਨਾਂ ਵਿੱਚ ਰਹੇ ਨੇ ਗੁਰਮੁਖੋ। ਕੁਝ ਸਮਾਂ ਰਹਿ ਕੇ ਸਤਿਗੁਰਾਂ ਦੇ ਚਰਨਾਂ ਵਿੱਚ ਸੇਵਾ ਕਰਦੇ ਰਹੇ ਹਨ। ਭਏ ਪ੍ਰਸੰਨ ਏਕ ਦਿਨ ਹੇਰਾ। ਮਹਾਰਾਜ ਗੁਰੂ ਹਰਿ ਸਾਹਿਬ ਭਾਈ ਗੋਂਦਾ ਜੀ ਵੱਲ ਵੇਖਦੇ ਆ ਤੇ ਸਤਿਗੁਰੂ ਖੁਸ਼ ਹੁੰਦੇ ਆ ਵੀ ਗੋਂਦਾ ਬੜੀ ਸੇਵਾ ਕਰਦਾ, ਬੜੇ ਨੇਮ ਨਾਲ ਗੁਰੂ ਘਰ ਦੀ ਸੇਵਾ ਕਰਦਾ। ਤੇ ਜਿਹੜਾ ਇਦਾਂ ਕਰੇ ਮਹਾਰਾਜ ਉਹਦੇ ਤੇ ਖੁਸ਼ ਹੁੰਦੇ ਜੀ। ਮਹਾਰਾਜ ਸਤਵੇਂ ਪਾਤਸ਼ਾਹ ਭਾਈ ਸਾਹਿਬ ਭਾਈ ਗੋਂਦਾ ਜੀ ਉੱਤੇ ਬਹੁਤ ਪ੍ਰਸੰਨ ਹੋਏ ਹਨ। ਕਹਿਓ ਬਾਕ ਸ਼੍ਰੀ ਮੁਖ ਤਿਸ ਬੇਰਾ। ਮਹਾਰਾਜ ਨੇ ਭਾਈ ਗੋਂਦਾ ਜੀ ਨੂੰ ਆਪਣੇ ਕੋਲ ਸੱਦਿਆ। ਆਪ ਆਪਣੇ ਮੁਖ ਤੋਂ, ਮੁਖਾਰ ਬਿੰਦ ਤੋਂ ਸਤਿਗੁਰਾਂ ਨੇ ਬਚਨ ਕੀਤਾ। ਕਾਬਲ ਕੇਰ ਬਲਾਇਤ ਜੋਏ। ਮਹਾਰਾਜ ਕਹਿੰਦੇ ਭਾਈ ਕਾਬਲ ਦੇਸ਼, ਜਿੱਥੇ ਕਾਬਲ ਦਾ ਇਲਾਕਾ ਹੈ, ਤਹਿ ਕੀ ਸੰਗਤ ਸਿੱਖ ਸਭ ਕੋਏ। ਉੱਥੇ ਸਾਡੀ ਸੰਗਤ ਰਹਿੰਦੀ ਹੈ, ਗੁਰੂ ਦੇ ਸਿੱਖ ਰਹਿੰਦੇ ਆ। ਕਾਬਲ ਵਿੱਚ ਸਾਧ ਸੰਗਤ ਜੀ ਮਹਾਰਾਜ ਦੇ ਬੜੇ ਪਿਆਰੇ ਸਿੱਖ ਰਹਿੰਦੇ। ਹੁਣ ਇੱਥੇ ਵੀ ਸਾਨੂੰ ਆ ਕੇ ਮਿਲਦੇ। ਜਦੋਂ ਮਿੱਠੀ ਬੋਲੀ ਬੜੀ ਕਾਬਲ ਦਿਆਂ ਦੀ, ਬੜੀ ਮਿੱਠੀ ਬੋਲੀ ਵਾਲੇ ਆ। ਹਾਂਜੀ, ਤਹਾਂ ਰਹੋ ਸਭ ਕੀ ਸੁਧ ਲੇਹੋ। ਮਹਾਰਾਜ ਕਹਿਣ ਲੱਗੇ ਗੋਂਦਾ ਜੀ
ਤੁਹਾਡੀ ਜ਼ਿੰਮੇਵਾਰੀ ਕਾਬਲ ਦੇ ਵਿੱਚ ਲਾ ਦਿੱਤੀ ਹੈ। ਉੱਥੇ ਰਹੋ, ਸਾਰੀ ਸੰਗਤ ਦਾ ਧਿਆਨ ਰੱਖਿਓ। ਹਾਂਜੀ। ਸਿੱਖੀ ਕੋ ਉਪਦੇਸ਼ ਕਰੇ ਹੋ। ਤੇ ਕਾਬਲ ਦੇ ਲੋਕਾਂ ਵਿੱਚ ਗੁਰੂ ਘਰ ਦਾ ਉਪਦੇਸ਼ ਦ੍ਰਿੜ ਕਰਾਓ। ਲੋਕਾਂ ਨੂੰ ਜੋੜੋ ਗੁਰੂ ਘਰ ਦੇ ਨਾਲ। ਤਹਿ ਕੀ ਜੋ ਗੁਰ ਕਾਰ ਅਸ਼ੇਸ਼। ਔਰ ਕਾਬਲ ਦੇ ਵਿੱਚ ਜਿੰਨੀ ਸੰਗਤ ਤੁਹਾਨੂੰ ਮਾਇਆ ਭੇਟ ਕਰਦੀ ਹੈ, ਹਾਂਜੀ, ਕਰੋ ਸਕੇਲਨ ਸਗਰੇ ਦੇਸ਼। ਸਾਰੇ ਇਲਾਕੇ ਵਿੱਚੋਂ ਤੁਸੀਂ ਮਾਇਆ ਵੀ ਇਕੱਠੀ ਕਰਨੀ ਹੈ, ਸੰਗਤਾਂ ਦਾ ਦਸਵੰਧ ਵੀ ਇਕੱਠਾ ਕਰਨਾ ਹੈ। ਸੰਤ ਅਥਿਤ ਸਿੱਖਨ ਅਚਵਾਵੋ। ਤੇ ਉਹ ਮਾਇਆ ਇਕੱਠੀ ਕਰਕੇ ਫਿਰ ਲੰਗਰ ਲਾ ਦੇਣਾ। ਮਹਾਰਾਜ ਕਹਿਣ ਲੱਗੇ ਸਾਡੇ ਕੋਲ ਨਹੀਂ ਲੈ ਕੇ ਆਉਣੀ, ਉਥੇ ਕਾਬਲ ਵਿੱਚ ਹੀ ਲੰਗਰ ਲਾ ਦੇਣਾ। ਕੋਈ ਅਤਿਥੀ ਆਉਂਦਾ ਹੈ, ਸੰਤ ਆਉਂਦਾ ਹੈ, ਰੱਬ ਦਾ ਪਿਆਰਾ ਆਉਂਦਾ ਹੈ, ਉਹਨੂੰ ਗੁਰੂ ਨਾਨਕ ਦੇ ਘਰ ਦਾ ਲੰਗਰ ਛਕਾਓ ਕਹਿਣ ਲੱਗੇ। ਹਾਂਜੀ। ਗੁਰ ਕੀ ਦੇਗ ਮਿਸਾਲ ਚਲਾਵੋ। ਤੇ ਗੁਰੂ ਘਰ ਦਾ ਲੰਗਰ ਚਲਾਓ। ਬੜੀ ਵੱਡੀ ਸੇਵਾ ਗੁਰਮੁਖੋ ਲੰਗਰ ਦੀ। ਗੱਲਾਂ ਕਰਨੀਆਂ ਸੌਖੀਆਂ ਨੇ। 10 ਪ੍ਰਾਹੁਣੇ ਘਰ ਵਿੱਚ ਆ ਜਾਣ, ਉਹਨਾਂ ਨੂੰ ਪ੍ਰਸ਼ਾਦਾ ਛਕਾਉਣਾ ਹੋਵੇ ਪਤਾ ਲੱਗ ਜਾਂਦਾ। ਤੇ ਇੰਨੀਆਂ ਸੰਗਤਾਂ ਦਾ ਲੰਗਰ, ਬੜੀ ਸੇਵਾ ਲੰਗਰ ਦੀ। ਮਹਾਰਾਜ ਕਹਿਣ ਲੱਗੇ, ਸਤਿਗੁਰੂ ਬਚਨ ਕਰਦੇ, ਭਾਈ ਗੋਂਦਾ ਜੀ ਲੰਗਰ ਦੀ ਸੇਵਾ ਕਰੋ, ਲੰਗਰ ਚਲਾਵੋ। ਸੋ ਮੁਜਰੇ ਸਗਰੀ ਪਰ ਜਾਏ। ਹਾਂ, ਮਹਾਰਾਜ ਕਹਿਣ ਲੱਗੇ ਸਾਰੀ ਮਾਇਆ ਉਥੋਂ ਦੀ ਉੱਥੇ ਹੀ ਲਾ ਦੇਣੀ ਹੈ। ਹਾਂਜੀ। ਅਪਰ ਦੇਗ ਜੇਤਕ ਸਮੁਦਾਏ। ਹੋਰ ਵੀ ਕੋਸ਼ਿਸ਼ ਹੋ ਸਕੇ ਤੇ ਵੱਡਾ ਹੀ ਲੰਗਰ ਲਾਉਣਾ। ਮਹਾਰਾਜ ਕਹਿਣ ਲੱਗੇ ਸਕਲ ਹਜ਼ੂਰ ਪਠਾਵਨ ਕਰੋ। ਹਾਂਜੀ। ਸਿੱਖ ਸੰਗਤ ਤੇ ਜੇਤਕ ਧਰੋ। ਤੇ ਗਰੀਬ ਨਵਾਜ ਕਹਿੰਦੇ ਖੁੱਲਾ ਲੰਗਰ ਲਾ ਕੇ ਕਮੀ ਨਾ ਆਵੇ। ਜੇ ਮਾਇਆ ਬਚੇ ਫਿਰ ਸਾਡੇ ਕੋਲ ਭੇਜਣੀ ਕਹਿਣ ਲੱਗੇ, ਨਹੀਂ ਤੇ ਲੰਗਰ ਲਾਓ। ਮਹਾਰਾਜ ਗੁਰੂ ਹਰਿ ਰਾਏ ਸਾਹਿਬ ਲੰਗਰ ਨਾਲ ਬੜਾ ਹੀ ਪਿਆਰ ਕਰਦੇ। ਆ ਤੁਸੀਂ ਸੁਣਿਆ ਹੀ ਹੈ, ਕੱਲ ਪਰਸੋਂ ਸਾਖੀ ਜਿਹੜੀ ਆਈ ਸੀ ਲੰਗਰ ਦੀ, ਪ੍ਰਸ਼ਾਦਾ ਛਕਾਉਣ ਦੀ। ਹਾਂਜੀ। ਸੁਨ ਆਗਿਆ ਕੋ ਹੋਏ ਕਰ ਵਿਦਾ। ਭਾਈ ਗੋਂਦਾ ਜੀ 7 ਬਚਨ ਕਰਕੇ ਗੁਰਮੁਖੋ ਤੁਰ ਪਏ, ਵਿਦਾ ਹੋ ਕੇ ਤੁਰ ਪਏ। ਬੰਧਨ ਕਰ ਗਮਨਿਓ ਸੋ ਤਦਾ। ਮਹਾਰਾਜ ਜਾਣ ਲੱਗਿਆ ਸਤਿਗੁਰਾਂ ਨੂੰ ਮੱਥਾ ਟੇਕਿਆ, ਨਮਸਕਾਰ ਕੀਤੀ ਤੇ ਭਾਈ ਗੋਂਦਾ ਜੀ ਨੇ ਚਾਲਾ ਪਾਇਆ। ਜਾਏ ਬਲਾਇਤ ਮੈਂ ਤਬ ਰਹਿਓ। ਤੇ ਕਾਬਲ ਵਿੱਚ ਪਹੁੰਚ ਗਏ ਜੀ। ਹਾਂਜੀ। ਕਾਬਲ ਵਿੱਚ ਜਾ ਕੇ ਭਾਈ ਗੋਂਦਾ ਜੀ ਰਹਿਣ ਲੱਗ ਪਏ। ਹਾਂਜੀ। ਸਭ ਸੰਗਤ ਤੇ ਧਨ ਕੋ ਲਹਿਓ। ਤੇ ਸਾਰੀ ਸੰਗਤ ਤੋਂ ਮਾਇਆ ਲੈਣੀ ਜੀ। ਭਾਈ ਗੋਂਦਾ ਜੀ ਦਾ ਬੜਾ ਸਤਿਕਾਰ ਜੀਵਨ ਦਾ ਹੁੰਦਾ ਗੁਰਮੁਖੋ। ਭਾਈ ਗੋਂਦਾ ਜੀ ਦਾ ਜੀਵਨ ਬੜਾ ਉੱਚਾ ਸੁੱਚਾ ਜੀ, ਬੜਾ ਮਹਾਨ ਜੀਵਨ ਹੈ ਭਾਈ ਗੋਂਦਾ ਜੀ ਦਾ। ਭਾਈ ਗੋਂਦਾ ਜੀ ਤੋਂ ਸਾਰੇ ਭੈ ਰੱਖਣ ਲੱਗ ਪਏ ਜੀ। ਮਾਇਆ ਵੀ ਭਾਈ ਗੋਂਦਾ ਜੀ ਨੂੰ ਭੇਟ ਕਰਦੇ ਜੀ। ਹਾਂਜੀ। ਸਿੱਖ ਅਥਿਤਨ ਜਿਤਕ ਅਚਾਵੈ। ਤੇ ਭਾਈ ਗੋਂਦਾ ਜੀ ਨੇ ਲੰਗਰ ਲਾਇਆ ਜੀ। ਗੁਰਸਿੱਖਾਂ ਨੂੰ, ਅਤਿਥੀਆਂ ਨੂੰ ਲੰਗਰ ਛਕਾਉਣਾ। ਜਿਹੜਾ ਅਤਿਥੀ ਸ਼ਬਦ ਹੈ ਨਾ, ਇਹਦਾ ਮਤਲਬ ਸਮਝਿਓ। ਅਤਿਥੀ, ਤਿਥੀ ਕਹਿੰਦੇ ਤਰੀਕ ਨੂੰ। ਜਿਹੜਾ ਬਿਨਾਂ ਤਰੀਕ ਦੱਸਿਆ ਹੀ ਤੁਹਾਡੇ ਕੋਲ ਆ ਜੇ ਉਹਨੂੰ ਅਤਿਥੀ ਕਹਿੰਦੇ ਆ। ਹਰ ਆਏ ਗੁਰਮੁਖ ਨੂੰ ਬੜੇ ਪਿਆਰ ਨਾਲ ਆਪ ਪ੍ਰਸ਼ਾਦਾ ਤਿਆਰ ਕਰਕੇ ਛਕਾਉਣਾ ਜੀ। ਚਾਅ ਹੁੰਦਾ ਗੁਰਮੁਖਾਂ ਨੂੰ ਸੇਵਾ ਦਾ ਜੀ। ਸੋ ਸਗਰੀ ਗੁਰ ਮੁਜਰੇ ਪਾਵਹਿ। ਤੇ ਉਹ ਸਾਰੀ ਸਮਝੋ ਮਹਾਰਾਜ ਦੇ ਚਰਨਾਂ 'ਚ ਹੀ ਪਹੁੰਚਦੀ ਸੀ ਮਾਇਆ ਜੀ। ਹਾਂਜੀ। ਧਰਮਸਾਲ ਕਾਬਲ ਮੈਂ ਕੀਨਸ। ਹੌਲੀ ਹੌਲੀ ਭਾਈ ਗੋਂਦਾ ਜੀ ਨੇ ਕਾਬਲ ਦੇ ਵਿੱਚ ਧਰਮਸ਼ਾਲਾ ਬਣਾ ਲਈ ਜੀ, ਗੁਰਦੁਆਰਾ ਬਣਾ ਲਿਆ ਜੀ। ਤਹਿ ਕੋ ਸ਼ੁਦਤ ਰਹਿਨ ਨਹਿ ਦੀਨਸ। ਤੇ ਕਮਾਲ ਦੀ ਗੱਲ, ਕਾਬਲ ਦੇ ਵਿੱਚ ਗੁਰੂ ਹਰਿ ਰਾਏ ਸਾਹਿਬ ਜੀ ਦੇ ਨਾਮ ਦਾ ਬੜਾ ਵੱਡਾ ਲੰਗਰ ਚੱਲ ਪਿਆ ਜੀ। ਕਾਬਲ ਵਿੱਚ ਇਹ ਗੱਲ ਪ੍ਰਸਿੱਧ ਹੋ ਗਈ,
ਵੀ ਘਰੋਂ ਭਾਵੇਂ ਪ੍ਰਸ਼ਾਦਾ ਮਿਲੇ ਨਾ ਮਿਲੇ, ਗੁਰੂ ਦੇ ਲੰਗਰ ਚੋਂ ਜ਼ਰੂਰ ਮਿਲੇਗਾ। ਕਮਾਈ ਵਾਲੇ ਸਿੱਖ ਆਪਣੇ ਗੁਰੂ ਦੀ ਜੈ ਜੈਕਾਰ ਕਰਾਉਂਦੇ ਸਾਧ ਸੰਗਤ ਦੀ। ਹਾਂਜੀ, ਸਤਿਗੁਰ ਪ੍ਰੇਮ ਕਰੇ ਨਿਤ ਮਾਤਾ। ਭਾਈ ਸਾਹਿਬ ਭਾਈ ਗੋਂਦਾ ਜੀ ਬੜੇ ਪਿਆਰ ਨਾਲ ਗੁਰੂ ਸਾਹਿਬ ਦੇ ਪ੍ਰੇਮ 'ਚ ਮਸਤ ਹੋਏ ਪਏ ਜੀ। ਹਰ ਆਏ ਗਏ ਦੀ ਬੜੇ ਪਿਆਰ ਨਾਲ ਸੇਵਾ ਕਰਨੀ ਜੀ ਉਹਨਾਂ ਨੇ। ਸਤਨਾਮ ਸਿਮਰਤ ਸੁਖ ਦਾਤਾ। ਹਾਂ, ਬਸ ਇੰਨੀ ਕੁ ਗੱਲ ਦਾ ਧਿਆਨ ਰੱਖਣਾ। ਸੇਵਾ ਤੇ ਆਪਾਂ ਕਰ ਲੈਨੇ ਆ, ਪਰ ਅੱਧਾ ਕੰਮ ਕਰਦੇ ਆ। ਨਾਲ ਨਾਲ ਲੰਗਰ ਤਿਆਰ ਕਰਨਾ, ਆਪ ਤਿਆਰ ਕਰਨਾ, ਆਪ ਛਕਾਉਣਾ, ਆਪ ਭਾਂਡੇ ਮਾਂਜਣੇ ਜੀ। ਕੈਸਾ ਜੀਵਨ ਹੋਏਗਾ। ਇਹ ਕੰਮ ਕਰਦਿਆਂ ਕਰਦਿਆਂ ਨਾਲ ਨਾਲ ਸਤਨਾਮ ਵਾਹਿਗੁਰੂ ਸਿਮਰਨ ਵੀ ਕਰਨਾ ਸਾਧ ਸੰਗਤ ਜੀ। ਵਾਹਿਗੁਰੂ ਵਾਹਿਗੁਰੂ ਵੀ ਕਰਨਾ। ਗੁਰੂ ਅਮਰਦਾਸ ਜੀ ਨੇ ਜੇ ਗਾਗਰ ਢੋਈ ਹੈ ਨਾ, ਤੇ ਮੇਰੀ ਗਾਗਰ ਨਹੀਂ ਢੋਈ। ਗੁਰ ਅਮਰਦਾਸ ਕਰਤਾਰ ਕੀਓ ਵਸ ਵਾਹੋ ਵਾਹੋ ਕਰ ਧਿਆਇਓ। ਨਾਲ ਵਾਹਿਗੁਰੂ ਵਾਹਿਗੁਰੂ ਵੀ ਜਪਿਆ ਜੀ, ਨਾਮ ਵੀ ਜਪਿਆ ਜੀ। ਭਾਈ ਗੋਂਦਾ ਜੀ ਦਾ ਜੀਵਨ ਸਿਮਰਨ ਵਾਲਾ, ਸਿਮਰਨ ਵਿੱਚ ਰੱਤੇ ਰਹਿਣਾ। ਧਿਆਨ ਪਰਾਇਨ ਰਹਿ ਅਦਕਾਈ। ਵਾਹ ਵਾਹ ਵਾਹ। ਸੇਵਾ ਕਰਨੀ, ਹੱਥਾਂ ਨਾਲ ਸੇਵਾ, ਮੁਖ ਨਾਲ ਨਾਮ, ਤੇ ਧਿਆਨ ਸਤਿਗੁਰਾਂ ਦੇ ਚਰਨਾਂ ਵਿੱਚ ਰੱਖਣਾ ਜੀ। ਚਿੱਤ ਮਹਾਰਾਜ ਦੇ ਚਰਨਾਂ ਨਾਲ ਜੋੜਨਾ। ਸਤਿਗੁਰ ਕੀ ਸੇਵਾ ਸਫਲ ਹੈ ਜੇ ਕੋ ਕਰੇ ਚਿੱਤ ਲਾਏ। ਹਾਂਜੀ, ਬਹੁ ਚਿਰ ਰਾਖੈ ਬ੍ਰਿਤ ਟਿਕਾਈ। ਬਹੁਤੇ ਚਿਰ ਆਪਣੀ ਬਿਰਤੀ ਨੂੰ ਟਿਕਾ ਕੇ ਰੱਖਣਾ ਜੀ। ਟਿਕਾ ਕੇ ਰੱਖਣਾ ਮਹਾਰਾਜ ਦੇ ਚਰਨਾਂ ਦੇ ਵਿੱਚ। ਨਾਲ ਸੇਵਾ ਵਾਹਿਗੁਰੂ ਮਹਾਰਾਜ ਦੇ ਚਰਨਾਂ 'ਚ ਲੰਮਾ ਸਮਾਂ ਬਿਰਤੀ ਨੂੰ ਟਿਕਾਉਣਾ। ਹੁਣ ਕੋਈ ਸਾਨੂੰ ਕਵੇ ਘੰਟਾ ਬਿਰਤੀ ਟਿਕਾਓ, ਔਖਾ ਬੜਾ ਸਾਧ ਸੰਗਤ ਜੀ ਧਿਆਨ ਟਿਕਾਉਣਾ। ਪਰ ਇਹ ਰੱਬ ਦੀ ਦਾਤ 'ਚ ਜਿਹਦਾ ਧਿਆਨ ਟਿਕਣ ਲੱਗ ਪਵੇ ਉਹਨੂੰ ਆਨੰਦ ਆਉਣ ਲੱਗ ਪੈਂਦਾ ਸਾਧ ਸੰਗਤ ਜੀ। ਹਾਂਜੀ, ਪ੍ਰੇਮ ਭਗਤ ਤਿਸ ਕੀ ਵੱਡ ਜਾਣੀ। ਹਾਂ, ਮਹਾਰਾਜ ਸੱਚੇ ਪਾਤਸ਼ਾਹ ਸਤਿਗੁਰੂ ਕੀਰਤਪੁਰ ਸਾਹਿਬ 'ਚ ਭਾਈ ਗੋਂਦਾ ਜੀ ਕਾਬਲ ਵਿੱਚ ਨੇ, ਤੇ ਮਹਾਰਾਜ ਅੰਤਰਜਾਮੀ ਉੱਥੋਂ ਜਾਣੀ ਜਾਣਦੇ ਵੀ ਭਾਈ ਗੋਂਦਾ ਬੜਾ ਹੀ ਪ੍ਰੇਮ ਕਰਦਾ ਸਾਨੂੰ। ਸ਼੍ਰੀ ਸਤਿਗੁਰ ਕੇ ਮਨ ਮਹਿ ਭਾਣੀ। ਮਹਾਰਾਜ ਸਤਿਗੁਰਾਂ ਦੇ ਮਨ ਵਿੱਚ ਇਹ ਕੰਮ ਭਾ ਗਿਆ ਜੀ। ਚੰਗਾ ਲੱਗਣ ਲੱਗ ਪਿਆ ਮਹਾਰਾਜ ਨੇ। ਬਸ ਆਪਾਂ ਗੁਰਮੁਖੋ ਅਰਦਾਸ ਕਰਿਆ ਕਰੀਏ, ਮਹਾਰਾਜ ਕਥਾ ਸੁਣਦੇ ਆ, ਕਥਾ ਕਰਦੇ ਆ, ਤੁਹਾਨੂੰ ਭਾ ਜਾਵੇ ਸਾਰਾ ਕੁਝ। ਜਦੋਂ ਮਹਾਰਾਜ ਨੂੰ ਭਾ ਗਿਆ ਫਿਰ ਵੇਖਿਓ ਆਨੰਦ ਕਿੰਨੇ ਬਣਦੇ। ਸਤਿਗੁਰੂ ਜੀ ਨੂੰ ਬੜਾ ਚੰਗਾ ਲੱਗਣਾ। ਹਾਂਜੀ, ਸਭਾ ਮਾਹੇ ਸ਼੍ਰੀ ਬਦਨ ਬਖਾਣੀ। ਮਹਾਰਾਜ ਗਰੀਬ ਨਵਾਜ ਇੱਕ ਦਿਨ ਬੈਠੇ ਆ, ਸਭਾ ਲੱਗੀ ਆ ਕੀਰਤਪੁਰ ਸਾਹਿਬ, ਤੇ ਮਹਾਰਾਜ ਨੇ ਬਚਨ ਕੀਤਾ, ਗੋਂਦਾ ਸੇਵਤ ਪ੍ਰੀਤ ਮਹਾਣੀ। ਹਾਂ, ਮਹਾਰਾਜ ਕਹਿੰਦੇ ਵੇਖੋ ਗੋਂਦਾ ਕਿੰਨੇ ਪਿਆਰ ਨਾਲ ਸੇਵਾ ਕਰਦਾ। ਹੁਣ ਭਾਈ ਗੋਂਦਾ ਜੀ ਤੇ ਸਾਹਮਣੇ ਹੀ ਨਹੀਂ ਹੈਗੇ ਮਹਾਰਾਜ ਦੇ। ਭਾਈ ਗੋਂਦਾ ਜੀ ਤਾਂ ਬੇਨਤੀ ਕਰਾਂ ਵੀ ਕਈ 100 ਕਿਲੋਮੀਟਰ ਦੂਰ ਹੋਣਗੇ ਕੀਰਤਪੁਰ ਸਾਹਿਬ ਤੋਂ ਕਾਬਲ। ਕਈ 100 ਕਿਲੋਮੀਟਰ ਦੂਰ ਬੈਠੇ ਐ, ਪਰ ਮਹਾਰਾਜ ਨੂੰ ਪਤਾ ਲੱਗਦਾ। ਭਾਵੇਂ ਕੋਈ ਕੈਨੇਡਾ ਬੈਠਾ, ਭਾਵੇਂ ਅਮਰੀਕਾ ਹਜ਼ਾਰਾਂ ਕਿਲੋਮੀਟਰ ਬੈਠਾ ਦੂਰ, ਜਿੱਥੇ ਕੋਈ ਪਿਆਰ ਨਾਲ ਨਾਮ ਜਪ ਰਿਹਾ, ਮਹਾਰਾਜ ਨੂੰ ਪਤਾ ਸਤਿਗੁਰੂ ਉਹਦੀ ਘਾਲ ਜ਼ਰੂਰ ਥਾਂ ਪਾਉਂਦੇ। ਗੁਰਮੁਖੋ ਜਿੱਥੇ ਵੀ ਕੋਈ ਜਪ ਰਿਹਾ ਪਿਆਰ ਨਾਲ, ਮਹਾਰਾਜ ਕਹਿੰਦੇ ਭਾਈ ਗੋਂਦਾ ਬੜਾ ਪਿਆਰ ਨਾਲ ਸਾਰਾ ਕਾਰਜ ਸੇਵਾ ਦਾ ਕਰ ਰਿਹਾ। ਦਿਨ ਪ੍ਰਤ ਧਰੈ ਧਿਆਨ ਗੁਰ ਮੂਰਤ। ਹਾਂਜੀ, ਅੰਗ ਪ੍ਰਤੰਗ ਜਥਾ ਸ਼ੁਭ ਮੂਰਤ। ਹਾਂ, ਮਹਾਰਾਜ ਗਰੀਬ ਨਵਾਜ ਕਹਿਣ ਲੱਗੇ ਹੈ, ਬਚਨ ਕਰਨ ਦੇ ਹੈ, ਕਹਿੰਦੇ ਦਿਨ ਰਾਤ ਗੋਂਦਾ ਸਾਡੇ 'ਚ ਹੀ ਧਿਆਨ ਰੱਖਦਾ। ਜਿਵੇਂ ਅੰਗ ਬੰਦੇ ਦੇ ਨਾਲ ਰਹਿੰਦੇ ਐ, ਉਵੇਂ ਗੋਂਦਾ
ਗੋਂਦੇ ਦੇ ਨਾਲ ਸਾਡਾ ਧਿਆਨ ਰਹਿੰਦਾ ਹੈ, ਵੀ ਗੋਂਦੇ ਨੇ ਧਿਆਨ ਹੀ ਸਾਡੇ ਚ ਲਾਇਆ। ਗੁਰਮੁਖੋ ਇੱਕ ਦਿਨ ਆਪਾਂ ਪ੍ਰੈਕਟੀਕਲ ਕਰ ਲਈਏ, ਪ੍ਰੈਕਟੀਕਲ ਕਰ ਲਈਏ। ਕੀ ਪ੍ਰੈਕਟੀਕਲ ਕਰਨਾ? ਵੀ ਸਾਰੀ ਦਿਹਾੜੀ ਸੇਵਾ ਕਰਨੀ ਹੈ, ਮੁੱਖ ਚੋਂ ਵਾਹਿਗੁਰੂ ਵਾਹਿਗੁਰੂ ਬੋਲਣਾ ਜੀ ਬਸ। ਇੱਕ ਦਿਨ ਕੋਈ ਗੱਲ ਨਾ ਕਰੀਏ, ਯਤਨ ਕਰ ਲਈਏ, ਕੋਸ਼ਿਸ਼ ਕਰ ਲਈਏ ਵੀ ਅੱਜ ਸਾਰਾ ਦਿਨ ਸੇਵਾ ਕਰਨੀ ਹੈ ਤੇ ਮੁੱਖ ਤੋਂ ਵਾਹਿਗੁਰੂ ਵਾਹਿਗੁਰੂ ਬੋਲਣਾ, ਸੰਸਾਰੀ ਗੱਲ ਕੋਈ ਨਹੀਂ ਕਰਨੀ। ਕੇਵਲ ਮਾਮੂਲੀ ਜੀ ਲੋੜ ਪੈਣ ਦੇ ਉੱਤੇ ਫਿਰ ਵੇਖਿਓ ਰਸ ਬਣਦਾ। ਬਹੁਤਾ ਬੋਲਣ ਚੱਖਣ ਹੋਏ। ਭਾਈ ਗੋਂਦੇ ਦੀ ਸਿਫਤ ਮਹਾਰਾਜ ਸਤਿਗੁਰੂ ਜੀ ਕਰ ਰਹੇ ਹਨ। ਨੇਮ ਕਰਤ ਸੋ ਜਿਤਕ ਸਮੇਂ ਕੋ। ਮਹਾਰਾਜ ਗਰੀਬ ਨਵਾਜ ਸੱਚੇ ਪਾਤਸ਼ਾਹ ਜੀ ਨੇ ਸਾਰੀ ਗੱਲ ਦੱਸੀ। ਧਰੈ ਧਿਆਨ ਗੁਰ ਚਰਨਨ ਮੈਂ ਕੋ। ਮਹਾਰਾਜ ਕਹਿਣ ਲੱਗੇ ਗੋਂਦਾ ਜਿੰਨਾ ਚਿਰ ਤੱਕ ਨੇਮ ਕਰਦਾ ਨਾ, ਧਿਆਨ ਸਾਡੇ ਚਰਨਾਂ 'ਚ ਹੀ ਰੱਖਦਾ, ਕਹਿੰਦੇ ਹਾਂਜੀ। ਇੱਕ ਦਿਨ ਗੋਂਦੇ ਮੱਜਨ ਠਾਨਾ। ਇੱਕ ਦਿਨ ਭਾਈ ਗੋਂਦਾ ਜੀ ਅੰਮ੍ਰਿਤ ਵੇਲੇ ਉੱਠੇ ਜੀ। ਉੱਠ ਕੇ ਭਾਈ ਗੋਂਦਾ ਜੀ ਨੇ ਇਸ਼ਨਾਨ ਕੀਤਾ। ਪ੍ਰਥਮੈ ਸ਼੍ਰੀ ਜਪ ਪਾਠ ਬਖਾਨਾ। ਤੇ ਜਪਜੀ ਸਾਹਿਬ ਦਾ ਪਾਠ ਬੜੇ ਹੀ ਪਿਆਰ ਨਾਲ ਕੀਤਾ ਜੀ। ਹਾਂਜੀ। ਪੁਨ ਸਤਿਗੁਰ ਕੋ ਲਾਹਿਓ ਧਿਆਨਾ। ਹਾਂਜੀ। ਬੜਿਓ ਆਨੰਦ ਬ੍ਰਿਤੀ ਠਹਿਰਾਨਾ। ਜਪਜੀ ਸਾਹਿਬ ਦਾ ਪਾਠ ਕਰਦਿਆਂ ਕਰਦਿਆਂ ਮਹਾਰਾਜ ਦੇ ਚਰਨਾਂ 'ਚ ਜਦੋਂ ਧਿਆਨ ਜੁੜਿਆ ਤੇ ਬਿਰਤੀ ਟਿਕ ਗਈ ਜੀ, ਸਮਾਧੀ ਲੱਗ ਗਈ ਜੀ। ਕਈ ਵੀਰ ਸਾਡੇ ਕਹਿੰਦੇ ਆ ਨਾ ਵੀ ਜਪਜੀ ਸਾਹਿਬ ਨੂੰ ਸਮਝੋ, ਸਮਝਣਾ ਚਾਹੀਦਾ ਗੁਰਮੁਖੋ, ਅਰਥਾਂ ਨੂੰ ਸਮਝਣਾ ਚਾਹੀਦਾ। ਪਰ ਜਪਜੀ ਸਾਹਿਬ ਦਾ ਨਾਮ ਮਹਾਰਾਜ ਨੇ ਜਪ ਰੱਖਿਆ, ਇਹਦਾ ਜਪ ਵੀ ਕਰਨਾ। ਜਪਜੀ ਸਾਹਿਬ ਦਾ ਜਪ ਜਿਹੜਾ ਉਹ ਬੰਦੇ ਨੂੰ ਸਮਾਧੀ ਵਿੱਚ ਲੈ ਜਾਂਦਾ। ਮੇਰੀ ਤਾਂ ਅਜ ਤੱਕ ਨਹੀਂ ਲੱਗੀ, ਕਿਉਂਕਿ ਕਮਾਈ ਨਹੀਂ ਇੰਨੀ। ਹੋ ਸਕਦਾ ਤੁਹਾਡੀ ਕਿਸੇ ਦੀ ਲੱਗੀ ਹੋਵੇ ਜੀ। ਵਿਚਾਰ ਕਰ ਲਿਓ ਵੀ ਸਾਡੀ ਸਮਾਧੀ ਲੱਗੀ ਕਿ ਨਹੀਂ ਲੱਗੀ। ਮੇਰੀ ਤਾਂ ਨਹੀਂ ਲੱਗੀ। ਮਹਾਰਾਜ ਕਿਰਪਾ ਕਰਨ ਤੇ ਸਤਿਗੁਰੂ ਉਸ ਅਵਸਥਾ ਵਿੱਚ ਲੈ ਜਾਣ ਜਿਸ ਅਵਸਥਾ ਵਿੱਚ ਭਾਈ ਗੋਂਦਾ ਜੀ ਵਿਚਰ ਰਹੇ ਹੈ। ਕਿਉਂ ਮੈਂ ਇਹ ਗੱਲ ਕੀਤੀ ਵੀ ਸੰਗਤ 'ਚ ਬੜੇ ਬੜੇ ਜੁੜੇ ਪ੍ਰੇਮੀ ਬੈਠੇ ਹੁੰਦੇ। ਜਪਜੀ ਦਾ ਪਾਠ ਕਰਦਿਆਂ ਕਰਦਿਆਂ ਧਿਆਨ ਜੁੜ ਗਿਆ ਤੇ ਮਹਾਰਾਜ ਦੇ ਚਰਨਾਂ 'ਚ ਧਿਆਨ ਭਾਈ ਗੋਂਦਾ ਜੀ ਦਾ ਹੋ ਗਿਆ ਜੀ, ਲੱਗ ਗਿਆ। ਧਿਆਨ ਬਿਖੈ ਗੁਰ ਕੇ ਨਿਜ ਹਾਥ। ਹਾਂਜੀ। ਪਦ ਅਰਬਿੰਦ ਗਹੇ ਰਤ ਸਾਥ। ਹੁਣ ਉੱਤੋਂ ਅੱਖਾਂ ਬੰਦ ਹੈ, ਹੱਥ ਜੁੜੇ ਆ, ਪਰ ਅੰਦਰ ਦੀ ਖੇਡ ਵੇਖੋ। ਧਿਆਨ ਭਾਈ ਗੋਂਦਾ ਜੀ ਦਾ ਲੱਗਾ ਤੇ ਧਿਆਨ ਵਿੱਚ, ਸਮਾਧੀ ਵਿੱਚ ਆਪਣੇ ਹੱਥਾਂ ਨਾਲ ਸ਼੍ਰੀ ਸਤਿਗੁਰੂ ਗੁਰੂ ਹਰਿ ਰਾਏ ਸਾਹਿਬ ਮਹਾਰਾਜ ਜੀ ਦੇ ਚਰਨ ਫੜੇ ਹੋਏ ਨੇ। ਬਾਹਰੋਂ ਨਹੀਂ ਕਿਸੇ ਨੂੰ ਪਤਾ ਲੱਗਣ ਦਿਆ ਵੀ ਇਹ ਕੀ ਹੋ ਰਿਹਾ। ਅੰਦਰੋਂ ਮਹਾਰਾਜ ਦੇ ਚਰਨ ਫੜੇ ਹੋਏ ਆ ਜੀ। ਕਿੱਡੀ ਜ਼ਬਰਦਸਤ ਗੱਲ ਹੈ। ਜਿਵੇਂ ਬਾਹਰੋਂ ਆਪਾਂ ਕਥਾ ਸੁਣਨ ਲਈ ਬੈਠੇ ਆ, ਅੰਦਰ ਘਰ ਦਾ ਧਿਆਨ ਆਇਆ ਹੁੰਦਾ। ਅੰਦਰ ਅਮਰੀਕਾ 'ਚ ਘੁੰਮ ਰਹੇ ਹੁੰਦੇ ਆ ਆਪਾਂ, ਅੰਦਰੋਂ ਅੰਦਰ ਫੁਰਨਿਆਂ 'ਚ। ਇਸੇ ਤਰ੍ਹਾਂ ਭਾਈ ਗੋਂਦਾ ਜੀ ਬੈਠੇ, ਅੰਦਰੋਂ ਮਹਾਰਾਜ ਦੇ ਚਰਨ ਫੜ ਲਏ ਜੀ ਸੁਰਤ ਕਰਕੇ। ਹਾਂਜੀ। ਇਸ ਆਨੰਦ ਮੈਂ ਲੈ ਹੋਏ ਗਇਓ। ਹੁਣ ਇਸ ਕੰਮ 'ਚ ਆਨੰਦ ਬੜਾ ਆ ਰਿਹਾ ਜੀ। ਤੇ ਭਾਈ ਗੋਂਦਾ ਜੀ ਲੈ ਹੀ ਹੋ ਗਏ, ਸਮਾ ਗਏ ਇਸ ਆਨੰਦ ਵਿੱਚ। ਸਰੀਰ ਨਹੀਂ ਹਿੱਲ ਰਿਹਾ ਭਾਈ ਗੋਂਦਾ ਜੀ ਦਾ, ਸਮਾਧੀ ਲੱਗ ਗਈ ਆ ਭਾਈ ਸਾਹਿਬ ਦੀ। ਨਿਰਵਿਕਲਪ ਸਮਾਧ ਥਿਤ ਠਾਇਓ। ਨਿਰਵਿਕਲਪ ਸਮਾਧ ਲੱਗ ਗਈ। ਨਿਰਵਿਕਲਪ ਸਮਾਧੀ ਕਹਿੰਦੇ ਆ ਜਿੱਥੇ ਸਰੀਰ ਨਹੀਂ ਹਿਲਦਾ ਤੇ ਫੁਰਨਾ ਵੀ ਨਹੀਂ ਬਣਦਾ। ਤਾਈਓ ਮੈਂ ਬੇਨਤੀ ਕੀਤੀ ਵੀ ਮੇਰੀ ਤਾਂ ਨਹੀਂ ਲੱਗੀ, ਪਰ ਸਾਨੂੰ ਦੱਸਣਾ ਪੈਂਦਾ ਹੈ, ਕਥਾ ਵਿੱਚ ਪੜ੍ਹਨਾ ਪੈਂਦਾ ਹੈ।
ਹੋ ਸਕਦਾ ਹੈ ਤੁਹਾਡੇ ਵਿੱਚੋਂ ਕਈ ਕਮਾਈ ਵਾਲੇ ਹੋਣ ਜਿਨ੍ਹਾਂ ਦੀ ਨਿਰਵਿਕਲਪ ਸਮਾਧੀ ਲੱਗਦੀ ਹੋਵੇ। ਐਨ ਭਾਈ ਗੋਂਦਾ ਜੀ ਦੇ ਅੰਦਰ ਫੁਰਨਾ ਤੱਕ ਨਹੀਂ ਬਣ ਰਿਹਾ ਕੋਈ। ਸੁਰਤ ਕਰਕੇ ਸਤਿਗੁਰਾਂ ਦੇ ਚਰਨ ਪਕੜੇ ਹੋਏ ਹਨ। ਨਹਿ ਸਰੀਰ ਕੀ ਸੁਧ ਕੁਛ ਰਹੀ। ਸਰੀਰ ਦੀ ਸੋਝ ਹੀ ਨਹੀਂ ਰਹੀ। ਜਿੱਥੇ ਬੈਠੇ ਉੱਥੇ ਬੈਠੇ, ਉਵੇਂ ਹੀ ਬੈਠੇ ਆ। ਇਹ ਸਮਾਧੀ ਇਹੋ ਜਿਹੀ ਹੁੰਦੀ ਹੈ, ਕੱਪੜੇ ਪਾਏ ਨਹੀਂ ਪਾਏ ਇਹ ਵੀ ਨਹੀਂ ਧਿਆਨ ਰਹਿੰਦਾ ਸਾਧ ਸੰਗਤ ਜੀ। ਕੁਝ ਖਾਦਾ ਨਹੀਂ ਖਾਦਾ ਇਹ ਵੀ ਨਹੀਂ ਧਿਆਨ ਰਹਿੰਦਾ। ਬਸ ਆਨੰਦ ਇੰਨਾ ਜ਼ਿਆਦਾ ਇਸ ਸਮਾਧੀ ਵਿੱਚ। ਨਿਸ਼ਚਲਤਾ ਐਸੀ ਤਿਨ ਗਹੀ। ਹਾਂ, ਕਹਿੰਦੇ ਇਸ ਤਰ੍ਹਾਂ ਨਿਸ਼ਚਲਤਾ ਐਸੀ ਤਿਨ ਗਹੀ। ਅਹਿਲ ਹੋ ਗਿਆ ਸਰੀਰ ਦਾ, ਇੱਕ ਉਂਗਲ ਤੱਕ ਨਹੀਂ ਹਿੱਲ ਰਹੀ ਭਾਈ ਗੋਂਦਾ ਜੀ ਦੀ। ਸੁਨਹਿ ਨਾ ਦੇਖੈ ਪਰਸ ਨਾ ਜਾਣੈ। ਹਾਂ, ਕਿਸੇ ਨੂੰ ਸੁਣ ਨਹੀਂ ਰਹੇ, ਲਾਗੇ ਜਿੰਨਾ ਮਰਜ਼ੀ ਰੌਲਾ ਪੈਣ ਦਿਆ ਹੋਵੇ। ਸਾਧ ਸੰਗਤ ਜੀ, ਜਦੋਂ ਨਿਰਵਿਕਲਪ ਸਮਾਧੀ ਲੱਗਦੀ ਹੈ ਗੁਰਮੁਖਾਂ ਦੀ, ਫਿਰ ਰੌਲਾ ਸੁਣਦਾ ਨਹੀਂ। ਵੱਖਰੀ ਦੁਨੀਆ ਹੁੰਦੀ ਨਾ, ਕੁਝ ਦਿਸਦਾ ਵੀ ਨਹੀਂ ਵੀ ਕੀ ਹੋ ਰਿਹਾ। ਪਰਸ ਨਾ ਜਾਣੈ, ਕੋਈ ਹੱਥ ਲਾਵੇ ਛੂਵੇ ਉਹ ਵੀ ਨਾ ਜਾਣੈ, ਪਤਾ ਨਹੀਂ ਲੱਗਦਾ। ਰਸਨਾ ਘਰਾਨ ਵਿਸ਼ੇ ਨਹਿ ਮਾਨੈ। ਤੇ ਸਾਧ ਸੰਗਤ ਜੀ, ਜੀਭ 'ਚ ਕੁਝ ਖਾਣ ਦੀ ਸ਼ਕਤੀ ਨਹੀਂ ਹੁੰਦੀ, ਨੱਕ 'ਚ ਕੁਝ ਸੁੰਘਣ ਦੀ ਸ਼ਕਤੀ ਨਹੀਂ ਹੁੰਦੀ। ਇਹ ਸਮਾਧੀ ਐਸੀ ਹੁੰਦੀ ਹੈ, ਕਿਉਂਕਿ ਕੋਈ ਸਮੈਲ ਆ ਗਈ, ਸਮਝੋ ਚੰਗੀ ਖੁਸ਼ਬੂ ਆ ਜੇ ਜਾਂ ਦੁਰਗੰਧੀ ਆ ਜੇ, ਸਮਾਧੀ ਖੁੱਲ ਜਾਂਦੀ ਹੈ। ਇਹ ਅਵਸਥਾ ਵੀ ਨਹੀਂ ਹੈ। ਟਿਕੀ ਬ੍ਰਿਤ ਮੈਂ ਭਇਓ ਆਨੰਦ। ਐਨ ਭਾਈ ਗੋਂਦਾ ਜੀ ਦੀ ਬਿਰਤੀ ਟਿਕੀ ਹੋਈ ਹੈ, ਬੈਠੇ ਹੈ, ਆਨੰਦ ਦੀ ਅਵਸਥਾ ਬਣ ਗਈ। ਆਨੰਦ ਦੀ, ਆਨੰਦ ਬਹੁਤ ਆ ਰਿਹਾ ਹੈ। ਕਰ ਮੈਂ ਗਹਿ ਗੁਰ ਪਦ ਅਰਬਿੰਦ। ਤੇ ਸੁਰਤ ਕਰਕੇ ਆਪਣੇ ਹੱਥਾਂ ਨਾਲ ਮਹਾਰਾਜ ਦੇ ਚਰਨ ਫੜ ਲਏ ਆ। ਇਹ ਕਿਰਪਾ ਕਿਵੇਂ ਹੋਈ ਹੈ? ਜਪਜੀ ਸਾਹਿਬ ਦਾ ਪਾਠ ਕਰਦੇ ਆ ਕਿਰਪਾ ਹੋਈ ਗੁਰਮੁਖੋ। ਜਪਜੀ ਸਾਹਿਬ ਦਾ ਪਾਠ ਬੰਦੇ ਨੂੰ ਸਮਾਧੀ ਵਿੱਚ ਲੈ ਜਾਂਦਾ, ਜੇ ਕਰਨਾ ਆਉਂਦਾ ਹੋਵੇ ਤੇ ਪਿਆਰ ਨਾਲ। ਹਾਂਜੀ, ਅਚਲ ਹੋਏ ਕਰ ਬੈਠਿਓ ਰਹਿਓ। ਐਨ ਭਾਈ ਗੋਂਦਾ ਜੀ ਅਚਲ ਹੋ ਕੇ ਬਿਨਾਂ ਸਰੀਰ ਨੂੰ ਹਿਲਾਇਆ ਡੁਲਾਇਆ ਬੈਠੇ ਹਨ। ਅਪਰ ਨ ਕਿਨਹੂ ਤਿਨ ਕੁਛ ਕਹਿਓ। ਕਿਸੇ ਸਿੱਖ ਸੇਵਾਦਾਰ ਨੇ ਭਾਈ ਗੋਂਦਾ ਜੀ ਨੂੰ ਹਿਲਾਇਆ ਨਹੀਂ। ਚੰਗੀ ਗੱਲ ਹੈ। ਮਸਾਂ ਮਸਾਂ ਕਿਸੇ ਦਾ ਧਿਆਨ ਜੁੜਦਾ, ਮਸਾਂ ਮਸਾਂ। ਕੋਈ ਸਮਾਧੀ 'ਚ ਬਹਿੰਦਾ, ਚਲੋ ਸਮਾਧੀ 'ਚ ਵੀ ਨਹੀਂ ਤੇ ਉਂਝ ਹੀ ਬੰਦਾ ਬਹਿ ਗਿਆ, ਧਿਆਨ ਜੁੜ ਗਿਆ, ਚਲੋ 2 ਮਿੰਟ ਅੱਖਾਂ ਬੰਦ ਹੋ ਗਈਆਂ ਤੇ ਮੇਰੇ ਵਰਗਾ ਆ ਕੇ ਜਦੋਂ ਬਾਹੋਂ ਹਿਲਾ ਦਵੇ ਤੇ ਮਸਾਂ ਮਸਾਂ ਜੁੜੀ ਸੁਰਤ ਫੇਰ ਟੁੱਟ ਜਾਂਦੀ ਹੈ। ਧਿਆਨ ਰੱਖਣਾ ਚਾਹੀਦਾ। ਸਾਧ ਸੰਗਤ, ਕਦੀ ਕਿਸੇ ਜੁੜੇ ਨੂੰ ਹਿਲਾਉਣਾ ਜਲਾਉਣਾ ਨਹੀਂ ਚਾਹੀਦਾ। ਜੁੜਿਆ ਵਾ ਉਹਨੂੰ ਜੁੜਿਆ ਰਹਿਣ ਦਿਓ। ਉਹ ਧਿਆਨ ਜੁੜ ਗਿਆ ਭਾਈ ਸਾਹਿਬ ਦਾ। ਸਿੱਖਾਂ ਨੇ ਹਿਲਾਇਆ ਨਹੀਂ, ਨਾਲ ਦੇ ਸੇਵਾਦਾਰਾਂ ਨੇ। ਗੁਰ ਦਰਸ਼ਨ ਮਹਿ ਗਇਓ ਸਮਾਏ। ਐਨ ਮਹਾਰਾਜ ਦੇ ਦਰਸ਼ਨਾਂ 'ਚ ਸਮਾ ਹੀ ਗਏ ਆ ਭਾਈ ਗੋਂਦਾ ਜੀ। ਹੁਣ ਵੇਖੋ, ਕਈ 100 ਕਿਲੋਮੀਟਰ ਦੂਰ ਬੈਠੇ ਗੁਰੂ ਹਰਿ ਰਾਏ ਸਾਹਿਬ, ਪਰ ਫਿਰ ਵੀ ਭਾਈ ਗੋਂਦਾ ਜੀ ਨੇ ਚਰਨ ਪਕੜੇ ਹੋਏ ਆ ਜੀ। ਹਾਂਜੀ, ਸਾਗਰ ਵਿਖੈ ਬੂੰਦ ਕੇ ਭਾਏ। ਜਿਵੇਂ ਸਮੁੰਦਰ ਦੇ ਵਿੱਚ ਇੱਕ ਪਾਣੀ ਦੀ ਬੂੰਦ ਸਮਾ ਜਾਂਦੀ ਹੈ। ਸ਼੍ਰੀ ਕੀਰਤਪੁਰ ਗੁਰ ਹਰਿ ਰਾਏ। ਬਸ ਇਸੇ ਤਰ੍ਹਾਂ ਬੂੰਦ ਹੈ ਭਾਈ ਗੋਂਦਾ ਤੇ ਸਮੁੰਦਰ ਹੈ ਗੁਰੂ ਹਰਿ ਰਾਏ ਸਾਹਿਬ। ਕੀਰਤਪੁਰ ਸਾਹਿਬ ਮਹਾਰਾਜ ਬੈਠੇ ਹਨ। ਸਿੰਘਾਸਨ ਪਰ ਥਿਰੇ ਸੁਹਾਏ। ਮਹਾਰਾਜ ਐਨ ਆਪਣੇ ਆਸਣ ਉੱਤੇ ਬੈਠੇ ਬੜੇ ਫੱਬ ਰਹੇ ਹਨ। ਦੋਨੋਂ ਚਰਨ ਇਕੱਤਰ ਕਰੇ। ਮਹਾਰਾਜ ਨੇ ਵੀ ਦੋਵੇਂ ਚਰਨ ਇਕੱਠੇ ਕਰ ਲਏ, ਲਾਗੇ ਲਾਗੇ ਕਰ ਲਏ ਆਪਣੇ। ਚੌਂਕੜਾ ਮਾਰ ਕੇ ਬੈਠੇ ਨਾ, ਤੇ ਸਤਿਗੁਰਾਂ ਨੇ ਦੋਵੇਂ ਚਰਨ ਆਪਣੇ ਲਾਗੇ ਲਾਗੇ ਕਰ ਲਏ। ਬੈਠ ਰਹੇ ਨੈ ਹਲਬੋ ਧਰੇ। ਵਾਹ ਵਾਹ ਵਾਹ।
ਮਹਾਰਾਜ ਵੀ ਆਪਣੇ ਚਰਨ ਨਹੀਂ ਹਿਲਾ ਰਹੇ ਸਾਧ ਸੰਗਤ ਜੀ। ਗੁਰੂ ਹਰ ਰਾਏ ਸਾਹਿਬ ਵੀ ਆਪਣੇ ਚਰਨ ਨਹੀਂ ਹਿਲਾ ਰਹੇ। ਹਾਂਜੀ। ਭਈ ਭੋਰ ਤੇ ਨਿਸ਼ਚਲ ਭਏ। ਤੇ ਅੰਮ੍ਰਿਤ ਵੇਲੇ ਤੋਂ ਜਦੋਂ ਮਹਾਰਾਜ ਆ ਕੇ ਦੀਵਾਨ ਵਿੱਚ ਬੈਠੇ, ਉਦੋਂ ਦੇ ਮਹਾਰਾਜ ਚਰਨ ਲਾਗੇ ਇਕੱਠੇ ਕਰਕੇ ਬੈਠੇ ਹਨ। ਜਬ ਦੋਇ ਜਾਮ ਬੀਤ ਦਿਨ ਗਏ। ਤੇ ਦਿਨ ਚੜੇ ਨੂੰ 2 ਪਹਿਰ ਹੋ ਗਏ। ਮਤਲਬ 6 6.5 7 ਘੰਟਿਆਂ ਦੇ ਵਿੱਚ ਸਮਾਂ ਹੋ ਗਿਆ। ਮਹਾਰਾਜ ਬੈਠੇ ਨੇ ਜੀ। ਹਾਂਜੀ। ਗੋਹਜ ਬਾਤ ਨ ਕਿਨਹੂ ਜਾਨੀ। ਹੁਣ ਇਹ ਗੋਜ ਬਚਨ ਹੈ ਸਤਿਗੁਰਾਂ ਦਾ ਵੀ ਮਹਾਰਾਜ ਇੰਜ ਕਿਉਂ ਬੈਠੇ ਐ। ਹਾਂਜੀ। ਤੇਰੇ ਸਮੀਪ ਮੌਨਤਾ ਠਾਨੀ। ਸਿੱਖਾਂ ਦੀ ਇੰਨੀ ਜੁਰਤ ਨਹੀਂ ਹੈ, ਪ੍ਰਭਾਵ ਬੜਾ ਮਹਾਰਾਜ ਦਾ ਵੀ ਗੁਰੂ ਹਰ ਰਾਏ ਸਾਹਿਬ ਨੂੰ ਪੁੱਛਣ ਵੀ ਮਹਾਰਾਜ ਇੰਜ ਕਿਉਂ ਬੈਠੇ ਹੋ ਆਪ ਜੀ। ਕਿਸੇ ਦੀ ਇੰਨੀ ਜੁਰਤ ਥੋੜੀ ਹੈ। ਹਾਂਜੀ। ਤਿਆਰ ਆਹਾਰ ਅਨੇਕ ਪ੍ਰਕਾਰੇ। ਉਧਰੋਂ ਲੰਗਰ ਤਿਆਰ ਹੋ ਗਿਆ। ਲਾਂਗਰੀ ਸਿੱਖ ਨੇ ਕਈ ਪ੍ਰਕਾਰ ਦਾ ਲੰਗਰ ਤਿਆਰ ਕੀਤਾ। ਆਨ ਰਸੋਈਆ ਖਰੋ ਅਗਾਰੇ। ਤੇ ਲਾਂਗਰੀ ਮਹਾਰਾਜ ਦੇ ਸਾਹਮਣੇ ਹੱਥ ਜੋੜ ਕੇ ਖਲੋਤਾ ਜੀ। ਹਾਂਜੀ। ਹਾਥ ਜੋੜ ਅਰਦਾਸ ਬਖਾਨੀ। ਹੱਥ ਜੋੜ ਕੇ ਲਾਂਗਰੀ ਗੁਰੂ ਕੇ ਸਿੱਖ ਨੇ ਸਤਿਗੁਰਾਂ ਦੇ ਚਰਨਾਂ 'ਚ ਅਰਦਾਸ ਕੀਤੀ। ਗੁਰ ਮਹਾਰਾਜ ਨਾ ਬੋਲੇ ਬਾਣੀ। ਮਹਾਰਾਜ ਗਰੀਬ ਨਵਾਜ ਲੰਗਰ ਤਿਆਰ ਹੈ, ਸਤਿਗੁਰੂ ਕਿਰਪਾ ਕਰੋ ਪ੍ਰਸ਼ਾਦਾ ਛਕੋ। ਪਰ ਮਹਾਰਾਜ ਕੁਝ ਬਚਨ ਹਾਂ ਨਾ ਕੀਤਾ ਹੀ ਕੁਛ ਨਹੀਂ। ਹਾਂਜੀ। ਵੇਖ ਸੁਭਾਏ ਕੋ ਬਿਸਮੈ ਹੋਏ। ਸਤਿਗੁਰ ਕਿਸ ਕੀ ਦਿਸ਼ ਨਹਿ ਜੋਏ। ਵੇਖ ਕੇ ਸਾਰੇ ਹੈਰਾਨ ਹੋ ਗਏ ਵੀ ਮਹਾਰਾਜ ਕਿਸੇ ਵੱਲ ਵੀ ਵੇਖ ਨਹੀਂ ਰਹੇ, ਬਿਲਕੁਲ ਸ਼ਾਂਤ ਬੈਠੇ ਆ, ਕੋਈ ਬਚਨ ਤੱਕ ਨਹੀਂ ਮਹਾਰਾਜ ਕਰ ਰਹੇ। ਹਾਂਜੀ। ਲੀਲਾ ਮਹਾ ਪ੍ਰੇਮ ਕੀ ਸੁਆਮੀ। ਮਹਾਰਾਜ ਗਰੀਬ ਨਵਾਜ ਸੱਚੇ ਪਾਤਸ਼ਾਹ ਪ੍ਰੇਮ ਦੀ ਲੀਲਾ ਕਰ ਰਹੇ ਹੈ। ਕਈ 100 ਕਿਲੋਮੀਟਰ ਤੇ ਇੱਕ ਸਿੱਖ ਸੁਰਤ ਜੋੜ ਕੇ ਬੈਠਾ ਹੈ। ਸੁਰਤ ਚ ਉਹਨੇ ਮਹਾਰਾਜ ਦੇ ਚਰਨ ਫੜੇ ਹੈ। ਤੇ ਕਈ 100 ਕਿਲੋਮੀਟਰ ਦੂਰ ਸਤਿਗੁਰੂ ਬੈਠੇ ਹੈ, ਮਹਾਰਾਜ ਚਰਨ ਫੜਾ ਕੇ ਬੈਠੇ ਹੈ। ਸਰੀਰ ਦਾ ਪ੍ਰੇਮ ਤਾਂ ਪਾਸੇ ਰਹਿ ਗਿਆ, ਸਰੀਰ ਦਾ ਮਿਲਣ ਪਾਸੇ ਹੈ, ਇਹ ਹੈ ਸੁਰਤ ਦਾ ਮਿਲਣ ਸਾਧ ਸੰਗਤ ਜੀ। ਹਾਂਜੀ। ਕੌਣ ਲਖੈ ਬਿਨ ਅੰਤਰ ਜਾਮੀ। ਕਹਿੰਦੇ ਕੌਣ ਹੈ? ਕੋਈ ਅੰਤਰ ਜਾਮੀ ਹੋਵੇ, ਉਹਨੂੰ ਪਤਾ ਹੋਵੇ ਵੀ ਮਹਾਰਾਜ ਸਤਿਗੁਰਾਂ ਦੀ ਕੀ ਖੇਡ ਹੈ। ਦੋਏ ਘਟਕਾ ਬਿਤ ਗਏ ਪਿਛਾਰੀ। 2 ਘੜੀਆਂ ਬਤੀਤ ਹੋ ਗਈਆਂ ਜੀ। ਹੋਰ 2 ਪਹਿਰ ਤਾਂ ਹੋਏ ਐ, 2 ਘੜੀਆਂ ਹੋਰ ਉੱਤੇ ਹੋ ਗਈਆਂ। ਪੁਨ ਸੇਵਕ ਅਰਦਾਸ ਉਚਾਰੀ। ਲਾਂਗਰੀ ਗੁਰੂ ਕੇ ਸਿੱਖ ਨੇ ਫਿਰ ਅਰਦਾਸ ਕੀਤੀ ਮਹਾਰਾਜ ਦੇ ਚਰਨਾਂ ਵਿੱਚ। ਸਤਿਗੁਰ ਨਹੀਂ ਕਹਿਓ ਕਛ ਫੇਰੇ। ਮਹਾਰਾਜ ਗਰੀਬ ਨਵਾਜ ਸਤਿਗੁਰੂ ਜੀ ਲੰਗਰ ਛਕੀਏ। ਮਹਾਰਾਜ ਨੇ ਫਿਰ ਨਹੀਂ ਕੋਈ ਬਚਨ ਕੀਤਾ। ਹਾਂਜੀ। ਬੈਠ ਰਹੇ ਸਭ ਬਿਸਮ ਬਡੇਰੇ। ਸਾਰੇ ਹੈਰਾਨ ਨੇ, ਵੇਖ ਰਹੇ ਐ ਵੀ ਅੱਗੇ ਤਾਂ ਮਹਾਰਾਜ ਬੇਨਤੀ ਕਰਨ ਤੇ ਉੱਠ ਪੈਂਦੇ, ਅੱਜ ਉੱਠ ਹੀ ਨਹੀਂ ਰਹੇ। ਚਤੁਰ ਘਟੀ ਬੀਤੇ ਪੁਨ ਦਾਸ। ਫੇਰ 4 ਘੜੀਆਂ ਲੰਘ ਗਈਆਂ। ਫੇਰ ਅਰਦਾਸੀਏ ਸਿੱਖ ਨੇ ਅਰਦਾਸ ਕੀਤੀ। ਹਾਥ ਜੋਰ ਕੀ ਨਸ ਅਰਦਾਸ। ਹੱਥ ਜੋੜੇ ਉਹਨੇ, ਹੱਥ ਜੋੜ ਕੇ ਅਰਦਾਸ ਕਰਨ ਲੱਗਾ। ਸਿੱਧ ਅੰਨ ਸਭ ਸੀਤਲ ਭਇਓ। ਮਹਾਰਾਜ ਗਰੀਬ ਨਵਾਜ ਪਕਾਇਆ ਹੋਇਆ ਲੰਗਰ ਸਾਰਾ ਠੰਡਾ ਹੋ ਗਿਆ ਮਹਾਰਾਜ। ਹਾਂਜੀ। ਰਾਵਰ ਬਿਨ ਕਿਨਹੂ ਨਹਿ ਖਇਓ। ਤੇ ਜੇ ਆਪ ਜੀ ਨੇ ਨਹੀਂ ਛਕਿਆ ਤਾਂ ਕਿਸੇ ਪ੍ਰਾਣੀ ਨੇ ਨਹੀਂ ਲੰਗਰ ਛਕਿਆ। ਪਹਿਲਾਂ ਮਹਾਰਾਜ ਨੂੰ ਛਕਾਉਨੇ, ਆਪਾਂ ਅਰਦਾਸ ਕਰਦੇ ਆਂ, ਭੋਗ ਲੱਗਦਾ। ਮਹਾਰਾਜ ਆਪ ਜੀ ਨੇ ਨਹੀਂ ਛਕਿਆ, ਕਿਸੇ ਸਿੱਖ ਨੇ ਵੀ ਪ੍ਰਸ਼ਾਦਾ ਨਹੀਂ ਛਕਿਆ। ਹੁਕਮ ਆਪ ਕੋ ਹੋਈ ਸੋ ਕਰੈ। ਤੇ ਮਹਾਰਾਜ ਜੋ ਆਪ ਜੀ ਦਾ ਹੁਕਮ ਹੋਏਗਾ
ਉਹ ਗੁਰਸਿੱਖਾਂ ਨੇ ਕਰਨਾ ਹੈ। ਵਰਤੈ ਦੇਗ ਕਿਦੋਂ ਇਮ ਧਰੈ। ਤੇ ਮਹਾਰਾਜ ਲੰਗਰ ਵਰਤਾਈਏ ਕਿ ਐਵੇਂ ਹੀ ਰੱਖਣਾ ਲੰਗਰ ਜੇ। ਹਾਂਜੀ। ਸੁਨ ਗੁਰ ਤੂਸ਼ਨ ਕਰ ਤਿਸ ਕਾਲਾ। ਮਹਾਰਾਜ ਗਰੀਬ ਨਵਾਜ ਫਿਰ ਚੁੱਪ ਨੇ। ਫਿਰ ਨਹੀਂ ਕੋਈ ਮਹਾਰਾਜ ਨੇ ਬਚਨ ਕੀਤਾ। ਰਹੇ ਸਿੰਘਾਸਨ ਅਚਲ ਕਿਰਪਾਲਾ। ਮਹਾਰਾਜ ਦੋਵੇਂ ਚਰਨ ਇਕੱਠੇ ਕਰਕੇ ਸਿੰਘਾਸਣ ਤੇ ਬੈਠੇ, ਹਿੱਲ ਨਹੀਂ ਰਹੇ, ਆਨੰਦ ਚ ਬੈਠੇ ਹਨ ਮਹਾਰਾਜ। ਦੋਏ ਘਟੀ ਦਿਨ ਰਹਿਓ ਸੋ ਜਾਏ। ਲਓ ਜੀ, ਹੁਣ ਕਰਦਿਆਂ ਕਰਦਿਆਂ ਦਿਨ ਹੀ 2 ਘੜੀਆਂ ਰਹਿ ਗਿਆ ਜੀ। ਹਾਂਜੀ। ਕਹਿਓ ਬਹੁਰ ਸੇਵਕ ਸਮੁਦਾਏ। ਮਤਲਬ ਆ ਵੀ ਹੁਣ 2 ਕੁ ਘੜੀਆਂ ਦਿਨ ਰਹਿ ਗਿਆ, ਥੋੜਾ ਜਿਹਾ ਸਮਾਂ। ਹੁਣ ਵੀ ਵੇਖੀਏ ਸ਼ਾਮਾਂ ਪੈ ਗਈਆਂ, ਦਿਨ ਖਤਮ। ਸਵੇਰ ਦੇ ਮਹਾਰਾਜ ਬੈਠੇ ਆ। ਦੁਬਾਰਾ ਪੜਿਓ। ਕਹਿਓ ਬਹੁਰ ਸੇਵਕ ਸਮੁਦਾਏ। ਜਦੋਂ 2 ਘੜੀਆਂ ਦਿਨ ਰਹਿ ਗਿਆ ਨਾ, ਫਿਰ 2-4 ਗੁਰਸਿੱਖਾਂ ਨੇ ਇਕੱਠਿਆਂ ਹੋ ਕੇ ਸਤਿਗੁਰਾਂ ਨੂੰ ਬੇਨਤੀ ਕੀਤੀ। ਗੁਰੂ ਗਰੀਬ ਨਿਵਾਜ ਕਿਰਪਾਲਾ। ਗਰੀਬ ਨਵਾਜ ਸੱਚੇ ਪਾਤਸ਼ਾਹ, ਲੀਲਾ ਤੁਮਰੀ ਅਦਕ ਵਿਸਾਲਾ। ਮਹਾਰਾਜ ਆਪ ਜੀ ਦੀ ਵੱਡੀ ਲੀਲਾ ਹੈ। ਆਪ ਜੀ ਦੀ ਖੇਡ ਜਿਹੜੀ ਹੈ ਉਹ ਵੱਡੀ ਹੈ ਮਹਾਰਾਜ। ਹਾਂਜੀ। ਹਮ ਅਲਪਗ ਜੀਵ ਕਿਆ ਜਾਣੈ। ਅਸੀਂ ਤਾਂ ਅਲਪਗ ਹਾਂ, ਅਸੀਂ ਕੀ ਜਾਣਦੇ ਆਪ ਜੀ ਦੀ ਲੀਲਾ। ਬਿਨਾ ਆਪ ਕੇ ਕਰੇ ਬਖਾਨੈ। ਤੇ ਮਹਾਰਾਜ ਆਪ ਜੀ ਹੁਣ ਕੁਝ ਦੱਸੋ, ਇਹ ਕੀ ਖੇਡ ਹੈ। ਹਾਂਜੀ। ਸਰਬ ਦਿਓਸ ਬੈਠਿਓ ਸੋ ਬਿਤਾਇਓ। ਗਰੀਬ ਨਵਾਜ ਸਾਰਾ ਦਿਨ ਹੀ ਲੰਘ ਗਿਆ, ਕੋਈ ਬਚਨ ਨਹੀਂ ਕੀਤਾ, ਪ੍ਰਸ਼ਾਦਾ ਨਹੀਂ ਛਕਿਆ। ਰਾਵਰ ਨੇ ਪਗ ਨਹੀਂ ਹਿਲਾਇਓ। ਆਪ ਜੀ ਨੇ ਚਰਨ ਤੱਕ ਨਹੀਂ ਹਿਲਾਇਆ। ਹੁਣ ਕਈ ਤਾਂ ਮੇਰੇ ਵਰਗੇ ਹੀ ਜਿਨ੍ਹਾਂ ਨੂੰ ਭੁੱਖ ਜਰੀ ਨਹੀਂ ਜਾਣਦੀ, ਵੀ ਮਹਾਰਾਜ ਸ਼ਗਨ ਭੋਗ ਲੱਗੇ ਫੇਰ ਆਪਾਂ ਛਕਾਂਗੇ। ਉਹ ਵਿਚਾਰੇ ਬੜੇ ਤਾਂ ਠਾਂ ਹੁਣ ਵੀ ਹੱਦ ਹੋ ਗਈ। ਮਹਾਰਾਜ ਆਪ ਜੀ ਨੇ ਚਰਨ ਤੱਕ ਨਹੀਂ ਹਿਲਾਇਆ। ਦੇਗ ਬਿਖੈ ਭੋਜਨ ਸਭ ਤਿਆਰ। ਮਹਾਰਾਜ ਲੰਗਰ ਵਿੱਚ ਸਾਰਾ ਲੰਗਰ ਪੱਕਿਆ ਪਿਆ ਹੈ। ਧਰਿਓ ਰਹਿਓ ਸੋ ਤਿਸੀ ਪ੍ਰਕਾਰ। ਸਾਰਾ ਲੰਗਰ ਉਵੇਂ ਹੀ ਪਿਆ, ਅੱਜ ਲੰਗਰ ਨਹੀਂ ਵਰਤਿਆ। ਸਿੱਖਨ ਕੀਰ ਸੰਦੇਹ ਮਹਾਨਾ। ਮਹਾਰਾਜ ਸਾਰੇ ਸਿੱਖ ਸੰਦੇਹ ਵਿੱਚ ਪੈ ਗਏ ਆ, ਸ਼ੱਕ ਵਿੱਚ ਪੈ ਗਏ ਹਨ। ਕਿਆ ਕਾਰਨ ਭਾ ਕਰੋ ਬਖਾਨਾ। ਕੀ ਖੇਡ ਹੈ, ਕੀ ਕਾਰਨ ਹੈ। 4-5 ਸਿੱਖ ਇਕੱਠੇ ਹੋ ਕੇ ਸਤਿਗੁਰਾਂ ਨੂੰ ਬੇਨਤੀ ਕਰ ਰਹੇ ਹਨ। ਦਾਸਨ ਕੀ ਸੁਨ ਕੈ ਅਰਦਾਸ। ਜਦੋਂ ਸਾਰਿਆਂ ਨੇ ਅਰਦਾਸ ਹੀ ਕੀਤੀ ਨਾ, ਫਿਰ ਮਹਾਰਾਜ ਉਹਨਾਂ ਦੀ ਅਰਦਾਸ ਸੁਣ ਕੇ ਵਿਕਸਤ ਮੁਖ ਤੇ ਕੀਨ ਪ੍ਰਕਾਸ਼। ਮਹਾਰਾਜ ਮੁਸਕਰਾਏ ਹਨ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਮੁਸਕਰਾ ਕੇ 7ਵੇਂ ਗੁਰਦੇਵ ਗੁਰੂ ਹਰਿਰਾਏ ਸਾਹਿਬ ਜੀ ਮਹਾਰਾਜ ਆਪਣੇ ਮੁਖਾਰ ਬਿੰਦ ਤੋਂ ਬਚਨ ਕਰਨ ਲੱਗੇ ਹਨ। ਕਾਬਲ ਮੈਂ ਗੋਂਦਾ ਸਿੱਖ ਰਹੇ। ਮਹਾਰਾਜ ਕਹਿੰਦੇ ਪਿਆਰਿਓ, ਕਾਬਲ ਦੇ ਵਿੱਚ ਸਾਡਾ ਇੱਕ ਪਿਆਰਾ ਸਿੱਖ ਰਹਿੰਦਾ ਹੈ, ਜਿਹਦਾ ਨਾਮ ਹੈ ਭਾਈ ਗੋਂਦਾ। ਹਾਂਜੀ। ਧਰੇ ਧਿਆਨ ਦੋਨੋਂ ਪਦ ਗਹੇ। ਮਹਾਰਾਜ ਕਹਿੰਦੇ ਉਹਨੇ ਸਾਡਾ ਧਿਆਨ ਧਾਰਿਆ ਅੰਮ੍ਰਿਤ ਵੇਲੇ ਤੋਂ। ਕਿਸ ਬਿਦ ਤਿਸ ਤੇ ਚਰਨ ਛੁਟਾਵੋ। ਅੰਮ੍ਰਿਤ ਵੇਲੇ ਤੋਂ ਧਿਆਨ ਧਾਰਿਆ ਤੇ ਸਾਡੇ ਚਰਨ ਫੜੇ ਆ। ਹੁਣ ਦੱਸੋ ਚਰਨ ਕਿਵੇਂ ਛੁਡਾਈਏ। ਉਹਨੇ ਚਰਨ ਪੱਕੇ ਫੜੇ ਆ ਸਾਡੇ, ਚਰਨ ਕਿਵੇਂ ਛੁਡਾਈਏ ਅਸੀਂ ਆਪਣੇ। ਹਾਂਜੀ। ਬਿਨਾ ਛੁਟੇ ਕਿਮ ਲੰਗਰ ਜਾਵੋ। ਤੇ ਉਹ ਸਾਡੇ ਚਰਨ ਛੱਡੂ ਤੇ ਆਪਾਂ ਲੰਗਰ ਚ ਉੱਠ ਕੇ ਜਾਵਾਂਗੇ। ਭਾਈ ਗੋਂਦੇ ਨੇ ਚਰਨ ਫੜੇ ਆ, ਉਹ ਚਰਨ ਹੀ ਨਹੀਂ ਛੱਡ ਰਿਹਾ। ਗੁਰਮਖੋ, ਕਦੀ ਆਪਣੇ ਮਨ ਨੂੰ ਪੁੱਛੋ, ਮਨਾ ਤੂੰ ਵੀ ਕਦੀ ਗੁਰੂ ਦੇ ਚਰਨ ਫੜੇ ਆ? ਇੰਨੀ ਗੱਲ ਬਣੀ ਹੈ, ਕਦੇ ਸੁਰਤ ਜੁੜੀ ਹੈ। ਮੈਨੂੰ ਇੱਕ ਸਿੰਘ ਬੜੇ ਅਫਸੋਸ ਚ ਕਹਿਣ ਲੱਗਾ,
ਕਹਿੰਦਾ ਗਿਆਨੀ ਜੀ ਅਜੇ ਕੱਖ ਵੀ ਨਹੀਂ ਬਣਿਆ। ਮੈਂ ਘਬਰਾ ਨਾ, ਮੈਂ ਵੀ ਤੇਰੇ ਨਾਲ ਦਾ ਆ। ਅਸੀਂ ਗੱਲਾਂ ਕਰਦੇ ਹਾਂ ਪਰ ਸੱਚੀ ਗੱਲ ਹੈ, ਇਹ ਅਵਸਥਾ ਬੜੀ ਵੱਡੀ ਖੇਡ ਹੈ। ਜਿਹਨੇ ਗੁਰੂ ਨੂੰ ਬੰਨ ਕੇ ਬਿਠਾਇਆ ਹੋਇਆ ਜੀ। ਮਹਾਰਾਜ ਤਾਂ ਪ੍ਰੇਮ ਦੇ ਬੱਝੇ ਹੈ ਨਾ, ਤੂੰ ਭਗਤਾਂ ਕੇ ਵਸ ਭਗਤਾ ਤਾਣ ਤੇਰਾ। ਮਹਾਰਾਜ ਤਾਂ ਵੱਜੇ ਪਏ ਆ ਪ੍ਰੇਮ ਚ। ਪ੍ਰੇਮ ਠਗੌਰੀ ਪਾਏ ਰਿਝਾਏ, ਪ੍ਰੇਮ ਕੀ ਜੇਵਰੀ ਬਾਂਧਿਓ ਤੇਰਾ ਜਨ। ਬੰਨਿਆ ਪ੍ਰੇਮ ਦੀ ਜੇਵਰੀ ਨਾਲ, ਰੱਸੀ ਨਾਲ। ਮਹਾਰਾਜ ਕਹਿੰਦੇ ਉਹ ਸਾਡੇ ਚਰਨ ਛੱਡੇਗਾ ਤੇ ਅਸੀਂ ਉੱਠਾਂਗੇ। ਹਾਂਜੀ। ਰਹਿਓ ਉਡੀਕਤ ਸ਼ੋਰੈ ਮੋਹੀ। ਮਹਾਰਾਜ ਕਹਿਣ ਲੱਗੇ ਹੁਣ ਤਾਂ ਅਸੀਂ ਵੀ ਉਡੀਕ ਰਹੇ ਆ ਵੀ ਭਾਈ ਗੋਂਦਾ ਸਾਡੇ ਚਰਨ ਛੱਡੇ। ਦਿੜ ਕਹਿ ਰਾਖਿਓ ਤਿਆਗ ਨਾ ਹੋਹੀ। ਮਹਾਰਾਜ ਕਹਿੰਦੇ ਉਹਨੇ ਪੱਕੇ ਹੀ ਚਰਨ ਫੜੇ ਆ, ਛੱਡਣ ਹੀ ਨਹੀਂ ਰਿਹਾ। ਹਾਂਜੀ। ਜਬ ਸੰਧਿਆ ਹੋਈ ਦਿਨ ਗਇਓ। ਹਾਂਜੀ। ਤਬ ਗੋਂਦਾ ਜਾਗਤ ਤਹਿ ਭਇਓ। ਉਧਰੋਂ ਭਾਈ ਗੋਂਦਾ ਜੀ ਆਨੰਦ ਵਿੱਚ ਸੁਰਤ ਕਰਕੇ ਚਰਨ ਫੜੇ ਆ ਤੇ ਬੈਠੇ ਆ। ਸ਼ਾਮਾਂ ਪੈ ਗਈਆਂ, ਅੰਮ੍ਰਿਤ ਵੇਲੇ ਦਾ ਚੌਂਕੜਾ ਵੱਜਾ, ਸ਼ਾਮਾਂ ਪੈ ਗਈਆਂ। ਜਦੋਂ ਸ਼ਾਮਾਂ ਪਈਆਂ, ਭਾਈ ਗੋਂਦੇ ਦੇ ਨੇਤਰ ਖੁੱਲੇ ਤੇ ਭਾਈ ਗੋਂਦੇ ਨੇ ਸੁਰਤ ਕਰਕੇ ਮਹਾਰਾਜ ਦੇ ਚਰਨ ਛੱਡੇ ਜੀ। ਹਾਂਜੀ। ਛੁੱਟੀ ਸਮਾਧ ਦੇ ਸੁਧ ਹੋਈ। ਸਮਾਧੀ ਭਾਈ ਗੋਂਦੇ ਦੀ ਛੁੱਟੀ, ਭਾਈ ਸਾਹਿਬ ਨੂੰ ਆਪਣੇ ਸਰੀਰ ਦੀ ਸੁਧ ਹੋਈ। ਤਜੇ ਚਰਨ ਗੁਰ ਕੇ ਤਬ ਦੋਈ। ਫਿਰ ਉਹਨਾਂ ਆਪਣੇ ਸੁਰਤ ਰਾਹੀਂ ਮਹਾਰਾਜ ਦੇ ਚਰਨ ਛੱਡੇ ਜੀ। ਹਾਂ। ਉਠ ਕਰ ਗਮਨੇ ਸ਼੍ਰੀ ਹਰਿ ਰਾਏ। ਫਿਰ ਮਹਾਰਾਜ ਸਤਿਗੁਰੂ ਆਪਣੇ ਆਸਣ ਤੋਂ ਉੱਠੇ। ਹੁਣ ਕਮਾਲ ਦੀ ਗੱਲ, ਸਵੇਰ ਦਾ ਚੌਂਕੜਾ ਮਾਰਿਆ, ਸ਼ਾਮ ਤੱਕ ਚੌਂਕੜਾ ਹੀ ਨਹੀਂ ਖੋਲਿਆ ਮਹਾਰਾਜ ਨੇ। ਦੋਵੇਂ ਚਰਨ ਲਾਗੇ ਕੀਤੇ, ਉਵੇਂ ਬੈਠੇ, ਹਿੱਲਣ ਨਹੀਂ ਦਿੱਤਾ ਸਰੀਰ ਨੂੰ। ਪਿਆਰ ਹੈ ਨਾ। ਹਾਂਜੀ। ਸਦਾ ਪ੍ਰੇਮ ਬਸ ਜਿਨਹੁ ਸੁਭਾਏ। ਫਿਰ ਸਤਿਗੁਰੂ ਜੀ ਉੱਠੇ ਜਿਹੜੇ ਸਦਾ ਹੀ ਪ੍ਰੇਮ ਦੇ ਵਸ ਵਿੱਚ ਹਨ। ਹਾਂਜੀ। ਸਿੱਖ ਬਿਸਮਾਦ ਰਹੇ ਸੁਨ ਦੇਖ। ਸਾਰੇ ਸਿੱਖ ਹੈਰਾਨ ਹੋ ਗਏ ਵੀ ਕਿੱਥੇ ਭਾਈ ਗੋਂਦਾ ਕਾਬਲ ਚ ਬੈਠਾ, ਉਹਨੇ ਉੱਥੋਂ ਹੀ ਚਰਨ ਫੜੇ ਆ ਮਹਾਰਾਜ ਦੇ। ਹਾਂਜੀ। ਜਾਣਿਓ ਸਿੱਖ ਕੋ ਪ੍ਰੇਮ ਵਿਸ਼ੇਖ। ਤੇ ਸਾਰੇ ਸਿੱਖ ਕੀਰਤਪੁਰ ਸਾਹਿਬ ਦੇ ਕਹਿੰਦੇ ਧੰਨ ਹੈ ਭਾਈ ਗੋਂਦਾ, ਜਿਹਦੇ ਮਨ ਵਿੱਚ ਸਤਿਗੁਰਾਂ ਦਾ ਇੰਨਾ ਪਿਆਰ ਹੈ, ਸਾਰੀ ਸਾਰੀ ਦਿਹਾੜੀ ਨਹੀਂ ਚਰਨ ਛੱਡਦਾ ਮਹਾਰਾਜ ਦੇ। ਹਾਂਜੀ। ਕਿਰਪਾ ਸਿੰਧ ਲੰਗਰ ਮਹਿ ਆਏ। ਫਿਰ ਕਿਰਪਾ ਦੇ ਸਮੁੰਦਰ ਗਰੀਬ ਨਵਾਜ ਗੁਰੂ ਹਰਿ ਰਾਏ ਸਾਹਿਬ ਜੀ ਫਿਰ ਉੱਠ ਕੇ ਲੰਗਰ ਵਿੱਚ ਆਏ। ਭੋਜਨ ਅਨਕ ਪ੍ਰਕਾਰ ਬਤਾਏ। ਹਾਂਜੀ। ਸੰਗਤ ਸੇਵਕ ਸਿੱਖਨ ਸੂਰਨ। ਭੋਜਨ ਵਰਤਾਇਆ ਗਿਆ। ਫਿਰ ਸਾਰੀਆਂ ਸੰਗਤਾਂ ਸੇਵਕਾਂ ਸਿਪਾਹੀਆਂ ਨੇ ਕਰਿਓ ਆਹਾਰ ਸ਼ੁੱਧਤ ਸੰਪੂਰਨ। ਸਾਰੇ ਗੁਰਸਿੱਖ ਸਾਰੇ ਉਵੇਂ ਹੀ ਬੈਠੇ ਸੀ ਵੀ ਮਹਾਰਾਜ ਪ੍ਰਸ਼ਾਦਾ ਛਕਣਗੇ ਫੇਰ ਹੀ ਅਸੀਂ ਛਕਾਂਗੇ ਨਾ। ਇੱਕ ਪ੍ਰੇਮ ਹੈ ਗੁਰਮੁਖੋ। ਸਾਡੇ ਵਰਗਾ ਕਹਿੰਦਾ ਕੋਈ ਨਹੀਂ ਸਾਨੂੰ ਛਕਾਓ ਤੁਸੀਂ, ਮਹਾਰਾਜ ਦੀ ਖੈਰ ਹੈ। ਮਹਾਰਾਜ ਪ੍ਰਸ਼ਾਦਾ ਛਕਣਗੇ ਫੇਰ ਅਸੀਂ ਛਕਾਂਗੇ। ਇਉਂ ਸਾਰੇ ਬੈਠੇ, ਫਿਰ ਸਾਰਿਆਂ ਪ੍ਰਸ਼ਾਦਾ ਛਕਿਆ। ਸੁਨ ਸਤਿਗੁਰ ਤੇ ਸਰਬ ਬਿਰਤਾਂਤ। ਸਾਰੀ ਗੱਲ ਸਤਿਗੁਰਾਂ ਤੋਂ ਸੁਣ ਕੇ ਸਭ ਸੰਗਤ ਜਾਣਿਓ ਬਖਿਆਤ। ਸਾਰੀ ਸੰਗਤ ਨੂੰ ਪਤਾ ਲੱਗ ਗਿਆ। ਨਿਰਣੈ ਕਰੈ ਜੇ ਗੋਂਦਾ ਆਵੈ। ਸਾਰੇ ਸਿੱਖ ਕਹਿੰਦੇ ਕੋਈ ਨਹੀਂ, ਜਦੋਂ ਭਾਈ ਗੋਂਦਾ ਜੀ ਕਾਬਲ ਤੋਂ ਕੀਰਤਪੁਰ ਸਾਹਿਬ ਆਉਣਗੇ ਮਿਲ ਬੂਝੈ ਸੋ ਸਕਲ ਬਤਾਵੈ। ਫਿਰ ਅਸੀਂ ਭਾਈ ਗੋਂਦਾ ਜੀ ਨੂੰ ਆਪ ਪੁੱਛਾਂਗੇ। ਹਾਂਜੀ। ਕੀਤਕ ਦਿਵਸ ਬਹੁਰ ਬਿਤ ਗਏ। ਹਾਂਜੀ। ਗੋਂਦਾ ਬੜ ਸੰਗਤ ਸੰਗ ਲਏ। ਕੋਈ ਕਈ ਦਿਨ ਲੰਘ ਗਏ। ਗੁਰਮੁਖੋ ਸਿੱਖਾਂ ਚੇਤਾ ਰੱਖਿਆ, ਗੱਲ ਵੀ ਬੜੀ ਵੱਡੀ ਹੈ। ਫਿਰ ਭਾਈ ਗੋਂਦਾ ਜੀ ਕਾਬਲ ਤੋਂ ਆਏ। ਆਪਣੇ ਪਿਆਰੇ ਸਤਿਗੁਰੂ, ਆਪਣੇ ਪ੍ਰੀਤਮ ਸਤਿਗੁਰੂ, ਆਪਣੇ ਮਾਲਕ ਸਤਿਗੁਰਾਂ ਦੇ ਦਰਸ਼ਨ ਕਰਨ ਵਾਸਤੇ।
ਕੱਲੇ ਨਹੀਂ ਆਏ, ਨਾਲ ਕਈ ਸੰਗਤਾਂ ਨੂੰ ਲੈ ਕੇ ਆਏ। ਜਿਤੇ ਵਿਲਾਇਤ ਕੀ ਸਿੱਖ ਬ੍ਰਿੰਦ, ਜਿੰਨੇ ਵਿਲਾਇਤ ਦੇ ਸਿੱਖ ਸਨ ਨਾਲ, ਲੈ ਕਰ ਆਪਣੇ ਸੰਗ ਬਿਲੰਦ। ਸਾਰੀਆਂ ਸੰਗਤਾਂ ਨੂੰ ਨਾਲ ਲੈ ਕੇ ਵੱਡਾ ਜੱਥਾ ਬਣਾ ਕੇ ਚਲ ਕਾਬਲ ਤੇ ਦਰਸ਼ਨ ਕਾਰਨ, ਕਾਬਲ ਤੋਂ ਤੁਰੇ ਆ ਦਰਸ਼ਨ ਕਰਨ ਵਾਸਤੇ। ਆਵਤ ਕਰਤੇ ਸ਼ਬਦ ਉਚਾਰਨ, ਰਸਤੇ ਵਿੱਚ ਗੱਲਾਂ ਕਰਦੇ ਨਹੀਂ, ਬਾਣੀ ਪੜ੍ਹਦੇ ਆ, ਸ਼ਬਦ ਜੋਟੀਆਂ 'ਚ ਪੜ੍ਹਦੇ ਆ, ਬਾਣੀ ਪੜ੍ਹਦੇ ਹੋਏ ਗੁਰਮੁਖੋ ਆ ਰਹੇ ਹਨ। ਅੱਗੋਂ ਉਹ ਹੁਣ ਜਿਵੇਂ ਪਹੁੰਚਣਗੇ, ਜਿਵੇਂ ਬਚਨ ਹੋਏਗਾ, ਉਹ ਆਪਾਂ ਅਗਲੇ ਦੀਵਾਨਾਂ ਦੇ ਵਿੱਚ ਸਾਧ ਸੰਗਤ ਦੀ ਸਰਵਣ ਕਰਾਂਗੇ। ਸੱਚੇ ਪਾਤਸ਼ਾਹ ਮਿਹਰ ਕਰਨ। ਅਰਦਾਸ ਕਰੋ, ਮਹਾਰਾਜ ਗੁਰੂ ਅਰਜਨ ਦੇਵ ਜੀ ਆਪ ਜੀ ਦੇ ਦਰ ਤੇ ਬੈਠੇ ਆ, ਆਪ ਜੀ ਦੇ ਪਿਆਰੇ ਸਿੱਖ ਦੀ ਕਥਾ ਸੁਣੀ ਸੁਣਾਈ ਹੈ। ਸਤਿਗੁਰੂ ਸਾਡੇ ਤੇ ਕਿਰਪਾ ਕਰੋ, ਇਹ ਅਵਸਥਾ ਦਾ ਕਿਣਕਾ ਮਾਤਰ ਸੱਚੇ ਪਾਤਸ਼ਾਹ ਸਾਡੀ ਝੋਲੀ ਵਿੱਚ ਵੀ ਪਾਓ। ਮਹਾਰਾਜ ਸਾਡਾ ਵੀ ਸੁਰਤ ਜੁੜੇ, ਸਾਡਾ ਵੀ ਧਿਆਨ ਜੁੜੇ, ਬਾਣੀ ਪੜ੍ਹੀਏ ਇੱਧਰ ਉੱਧਰ ਨਾ ਹੋਵੇ, ਆਪ ਜੀ ਦੇ ਚਰਨਾਂ 'ਚ ਜੁੜ ਜੇ। ਇਹ ਮਹਾਰਾਜ ਕਿਰਪਾ ਕਰਨਾ। ਅੱਗੋਂ ਸਿੱਖ ਉਹ ਗੱਲ ਕਨਫਰਮ ਕਰਨਗੇ, ਪੁੱਛਣਗੇ, ਨਿਰਣਾ ਕਰਨਗੇ। ਹਾਂਜੀ, ਉਹ ਪ੍ਰਸੰਗ ਕੱਲ ਨੂੰ ਆਪਾਂ ਸਰਵਣ ਕਰਾਂਗੇ।